ਝਾੜੂ ਸਿਰਫ ਚੁੱਕਣ ਦੀ ਗੱਲ ਨਹੀਂ ਸੀ, ਝਾੜੂ ਫੇਰਨਾ ਵੀ ਸੀ, ਗੰਦਗੀ ਕੱਢਣੀ ਸੀ। ਇਹ ਬੇਅਦਬੀਆਂ ਦੀ ਗੰਦਗੀ ਵੱਲ ਤੁਹਾਡਾ ਕਿਉਂ ਨਹੀਂ ਧਿਆਨ ਗਿਆ? ਉਹਨਾਂ ਫੜਿਆ, ਦੇਖਿਆ, ਗੱਲ ਸੁਣੀ ਮੇਰੀ, ਤੇ ਲਗਭਗ ਜਿੰਨੀ ਦੇਰ ਮੈਂ ਉਸ ਤੋਂ ਬਾਅਦ ਸਟੇਜ ਤੇ ਰਿਹਾ ਉਹਨਾਂ ਦੇ ਹੱਥ ਜੁੜੇ ਸੀ। ਤੇ ਕੇਜਰੀਵਾਲ ਸਾਹਿਬ ਸਟੇਜ ਤੇ ਬੈਠੇ, ਉਹਨਾਂ ਨੇ ਇਹ ਚੀਜ਼ ਪੜ੍ਹੀ, ਆਪਣੇ ਸਾਥੀ ਨੂੰ ਪੁੱਛਿਆ ਵੀ ਕੀ ਆ ਇਹ। ਅਸੀਂ ਜੋ ਕਰ ਸਕਦੇ ਕਰਾਂਗੇ, ਤੇ ਇਹ ਜਿਹੜੇ ਭੁੱਲਣ ਵਾਲੇ ਨੇ ਨਾ, ਇਹਨਾਂ ਨੂੰ ਹੁਣ ਯਾਦ ਕਰਾਵਾਂਗੇ। ਕਿਉਂਕਿ ਆਪਣੇ ਇਸ਼ਟ ਦੀ ਇਹ ਤਾਂ ਜਿਹੜੀ ਬਾਰ-ਬਾਰ ਬੇਅਦਬੀ ਹੋ ਰਹੀ ਹੈ, ਉਹਦੇ ਵਾਸਤੇ ਆਪਣਾ ਇੱਥੇ ਹੁਣ ਇਹਨਾਂ ਨੂੰ ਜਿਹੜੇ 92 ਬਣਾ ਕੇ ਦਿੱਤੇ, ਕਿੰਨੇ ਬਣਾਏ ਨੇ? ਬੇਮਿਸਾਲ ਸਜ਼ਾ ਕਰਾਂਗੇ, ਅਸੀਂ ਸਜ਼ਾਵਾਂ ਦੇਵਾਂਗੇ, ਜਿਹੜੇ ਵੱਡੇ ਵੱਡੇ ਜਿਹੜੇ ਪਿੱਛੇ ਹੱਥ ਨੇ ਉਹ ਵੀ ਨੰਗੇ ਕਰਾਂਗੇ। ਬਹੁਤ ਕੁਝ ਬੋਲਿਆ, ਉਹ ਵੀ ਸਾਰਾ ਕੁਝ ਔਨ ਰਿਕਾਰਡ ਸਾਡੇ ਕੋਲ ਮੌਜੂਦ ਹੈ। ਇਹਨਾਂ ਦੇ ਮਾਸਟਰਮਾਈਂਡ ਕੋਈ ਹੋਰ ਨੇ, ਜਿਹੜੇ ਭੇਜੇ ਜਾਂਦੇ ਨੇ ਉੱਥੇ ਉਹ ਹੋਰ ਨੇ, ਮਾਸਟਰਮਾਈਂਡ ਕੋਈ ਹੋਰ ਨੇ। ਬੇਮਿਸਾਲ ਸਜ਼ਾ ਦਾ ਲਫ਼ਜ਼ ਉਹ ਲੈ ਕੇ ਆਏ ਸੀ, ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ, ਪਰ ਅੱਜ जितने पुराने अभी तक के बेअदबी के कांड हुए हैं और जितने बॉम्ब ब्लास्ट के कांड हुए हैं, एक एक कांड की जांच करा के समयबद्ध तरीके से उनके जो ऊपर आगू बैठे हैं, जो सबसे ऊपर उनके मास्टरमाइंड बैठे हैं, उनको जेल में चक्के पिसवाए। ਕਿ ਸਾਨੂੰ ਮਾਨ ਸਾਹਿਬ ਟਾਈਮ ਦਿਓ, ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਦਰਦ ਜਿਹੜਾ ਤੁਹਾਨੂੰ ਪਹਿਲਾਂ ਮਹਿਸੂਸ ਹੁੰਦਾ ਸੀ ਚੋਣਾਂ ਦੇ ਦੌਰਾਨ, ਜਿਹੜਾ ਤੁਹਾਨੂੰ ਭੁੱਲ ਗਿਆ ਸੀ, ਤੁਹਾਨੂੰ ਤੁਹਾਡੀ ਜਿਹੜੀ ਵੀਡੀਓ ਦਿਖਾਉਣੀ ਚਾਹੁੰਦੇ ਹਾਂ ਵੀ ਉਦੋਂ ਤੁਸੀਂ ਆਹ ਗੱਲਾਂ ਕਹੀਆਂ ਸੀ ਬੇਮਿਸਾਲ ਸਜ਼ਾ ਦੀਆਂ। ਦਰਬਾਰ ਸਾਹਿਬ ਦਾ ਜੰਗਲਾ ਟੱਪਿਆ ਜਾਂਦਾ ਹੈ ਬੇਅਦਬੀ ਦੀ ਕੋਸ਼ਿਸ਼। ਤੇ ਜਿਹੜੇ ਗੁਰੂ ਨੂੰ ਪਿੱਠ ਦਿਖਾਉਂਦੇ ਨੇ ਨਾ, ਉਹਨਾਂ ਦਾ ਹਸ਼ਰ ਕੀ ਹੁੰਦਾ ਅਸੀਂ ਸਾਰੇ ਜਾਣਦੇ ਹਾਂ। ਅੱਜ ਵੇਖ ਲਓ ਕਿੱਥੇ ਉਹ ਜਿਹਨਾਂ ਦਾ ਰਾਜ ਸੀਗਾ, ਜਿਨ੍ਹਾਂ ਨੇ ਬਰਗਾੜੀ 'ਚ ਗੋਲੀਆਂ ਚਲਵਾਈਆਂ, ਪੁਲਿਸ ਅਣਪਛਾਤੀ ਕਰ ਦਿੱਤੀ, ਉਹ ਕਿੱਥੇ ਨੇ ਅੱਜ? ਜਿਹੜੀ 295 ਧਾਰਾ ਵਾ, ਲੱਗਦਾ ਕਿ ਜੇ ਸਖਤ ਕੀਤੀ ਜਾਵੇ ਬੇਅਦਬੀ ਦੇ ਮਾਮਲੇ ਰੁਕ ਸਕਦੇ? ਬਿਲਕੁਲ ਜੀ, ਫਰਕ ਤਾਂ ਪੈਂਦਾ ਹੀ ਹੈ। ਹੁਣ ਜੇ 302 ਦੇ ਵਿੱਚ ਫਾਂਸੀ ਦੀ ਜਾਂ ਉਮਰ ਕੈਦ ਦੀ ਸਜ਼ਾ ਨਾ ਹੋਏ, ਇੱਥੇ ਗਾਜਰ ਮੂਲੀ ਵਾਂਗੂ ਬੰਦੇ ਕੱਟੀ ਜਾਣੇ। ਸਜ਼ਾ ਦਾ ਡਰ ਤਾਂ ਹੁੰਦਾ। ਉਹਨੂੰ ਬੇਮਿਸਾਲ ਸਜ਼ਾ ਲਫ਼ਜ਼ ਕਿਉਂ ਵਰਤਿਆ ਸੀ? ਬੇਮਿਸਾਲ ਸਜ਼ਾ ਹੋਣੀ ਚਾਹੀਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਦਾ ਮਸਲਾ ਹੈ। ਇਹ ਜਿਹੜਾ ਨਹੀਂ ਸਮਝ ਰਿਹਾ ਨਾ, ਇਹਨਾਂ ਨੂੰ ਵੀ ਸਮਝਾ ਦੇਵਾਂਗੇ। ਹੁਣ ਲੱਗਦਾ ਕਿ ਸੰਗਰੂਰ ਦੇ ਵਿੱਚ ਹੁਣ ਕਿਤੇ ਨਾ ਕਿਤੇ ਪਤਾ ਲੱਗ ਗਿਆ। ਸੰਗਰੂਰ ਵਾਲਿਆਂ ਨੇ ਤੇ ਦੱਸਤਾ, ਤੇ ਹੁਣ ਜੇ ਅਜੇ ਵੀ ਨਾ ਸਮਝੇ, ਵੈਸੇ ਤਾਂ ਕਹਿੰਦੇ ਕਿ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ, ਤੇ ਇਹਨਾਂ ਨੂੰ ਤਾਂ ਦਿਖਾ ਹੀ ਦਿੱਤਾ ਹੈ। ਚੰਨੀ ਸਾਹਿਬ ਨੂੰ ਵੀ ਅਸੀਂ ਮਿਲੇ, ਮੈਮੋਰੈਂਡਮ ਦਿੱਤਾ। ਰੰਧਾਵਾ ਸਾਹਿਬ ਨੂੰ, KP ਰਾਣਾ ਉਸ ਵੇਲੇ ਸਪੀਕਰ ਸਨ, ਉਦੋਂ ਵੀ ਇੱਕ ਸਪੈਸ਼ਲ ਸੈਸ਼ਨ ਸੀ, ਉਹਦੇ ਵਾਸਤੇ ਅਸੀਂ ਮੰਗ ਰੱਖੀ ਸੀ। ਆਪਣਾ ਹੱਥ ਤਾਂ ਅਸੀਂ ਹਾਰਨਾ ਨਹੀਂ, ਕਿਉਂਕਿ ਗੁਰੂ ਦੀ ਮਸਲਾ ਸਾਡਾ ਨਿੱਜ ਦਾ ਨਹੀਂ ਹੈ, ਮਸਲਾ ਗੁਰੂ ਸਾਹਿਬ ਦੀ ਆਨ ਸ਼ਾਨ ਦਾ ਮਸਲਾ ਹੈ ਨਾ। ਆਹ ਝੰਡਾ ਸੀ ਮੇਰੇ ਹੱਥ 'ਚ। ਇਹ ਝੰਡਾ ਵੀ ਬੜਾ ਇੱਕ ਮੀਨਿੰਗਫੁਲ ਮੈਸੇਜ ਹੈ, ਸਿੰਪਲ ਇੱਕ ਉਹ ਨਹੀਂ ਹੈ, ਫਲੈਗ ਨਹੀਂ ਹੈ। ਚਾਹੁੰਦਾ ਹੈ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ, ਹਰ ਕੋਈ ਚਾਹੁੰਦਾ। ਅੱਜ ਤਾਂ ਕੁੱਲ ਦੁਨੀਆ 'ਚ ਚਾਹੁੰਦੇ ਨੇ। ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਮਨਜਿੰਦਰ ਸਿੰਘ। ਬੇਅਦਬੀ ਦੇ ਜਿਹੜੇ ਮੁੱਦੇ ਨੇ ਉਹ ਦਿਨ ਤੋਂ ਦਿਨ ਵੱਧ ਰਹੇ ਨੇ। ਸਰਕਾਰਾਂ ਜਿਹੜੀ ਮਰਜ਼ੀ ਹੋਵੇ, ਸ਼੍ਰੋਮਣੀ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, BJP ਹੋਵੇ ਜਾਂ ਆਮ ਸਰਕਾਰ ਹੋਵੇ, ਬੇਅਦਬੀ ਦੇ ਮੁੱਦੇ ਘੱਟ ਨਹੀਂ ਦੇ। ਜੇ ਗੱਲ ਕੀਤੀ ਜਾਵੇ 295 ਧਾਰਾ ਜਿਹੜੀ ਆ, ਕਿਤੇ ਨਾ ਕਿਤੇ ਜੇ ਇਹਨੂੰ ਸਖਤ ਕੀਤਾ ਜਾਵੇ, ਬੇਅਦਬੀ ਦੇ ਮੁੱਦੇ ਕਰ ਸਕਦੇ ਨੇ। ਪਰ ਬੇਅਦਬੀ ਦੇ ਮੁੱਦਿਆਂ ਦੇ ਉੱਪਰ ਸਰਕਾਰਾਂ ਦੇ ਵੱਲੋਂ ਸਿਆਸਤ ਕੀਤੀ ਗਈ ਆ, ਹਜੇ ਤੱਕ ਸਿੱਖਾਂ ਨੂੰ ਇਨਸਾਫ ਤੱਕ ਨਹੀਂ ਮਿਲਿਆ ਗਿਆ। ਉੱਥੇ ਇੱਕ ਗੱਲ ਜਾਰੀ ਕਰਨ ਵਾਸਤੇ ਬੇਅਦਬੀ ਦੇ ਮੁੱਦੇ ਦੇ ਉੱਪਰ ਸਾਡੇ ਨਾਲ ਭਾਈ ਸਾਹਿਬ ਗੱਲਬਾਤ। ਭਾਈ ਸਾਹਿਬ, ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ। ਗੁਰਪ੍ਰੀਤ ਸਿੰਘ, ਮੁੱਖ ਸੇਵਾਦਾਰ, 8 ਪੈਰ ਟਹਿਲ ਸੇਵਾ ਲਹਿਰ। ਇਹ ਲਹਿਰ ਅਸੀਂ 1 ਸਤੰਬਰ ਨੂੰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਜੀ ਤੋਂ ਆਰੰਭ ਕੀਤੀ ਸੀ। ਬੇਅਦਬੀਆਂ ਦੇ ਮਸਲੇ 'ਤੇ ਜਿਹੜੀ ਆਪ ਜੀ ਗੱਲ ਕਰਦੇ ਪਏ ਹੋ ਨਾ, ਕਿ ਬੇਅਦਬੀਆਂ ਲਗਾਤਾਰ ਹੋ ਰਹੀਆਂ ਨੇ। ਅਤੇ ਜਦੋਂ ਅਸੀਂ ਸ਼ੁਰੂ ਕੀਤੀ ਸੀ, ਸਾਨੂੰ ਇਹ ਪਤਾ ਲੱਗਾ ਕਿ 250 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ। ਬੜਾ ਦਿਲ ਦੁਖਿਆ, ਅਤੇ ਉਸ ਤੋਂ ਲੈ ਕੇ ਅਸੀਂ ਚੱਲ ਪਏ ਕਿ ਜੋ ਕੁਝ ਕਰ ਸਕਦੇ ਕਰੀਏ। ਅਤੇ ਅਸੀਂ 2 ਪੱਖਾਂ 'ਤੇ ਕੰਮ ਕਰਦੇ ਪਏ ਹਾਂ ਜੀ। ਇੱਕ ਤਾਂ ਸੰਗਤਾਂ ਨੂੰ ਸੁਚੇਤ ਕਰਦੇ ਪਏ ਹਾਂ ਕਿ ਆਪਣੇ ਆਪਣੇ ਗੁਰੂ ਘਰ ਦੀ ਸੇਵਾ ਸਾਂਭੀਏ। ਜਦੋਂ ਦਰਬਾਰ ਸੁੰਨਾ ਹੁੰਦਾ ਤਾਂ ਕੋਈ ਵੀ ਆ ਕੇ ਬੇਅਦਬੀ ਕਰ ਸਕਦਾ। ਜਾਂ ਜੇ ਆਪਾਂ ਇਹ ਬੇਅਦਬੀਆਂ ਦੀ ਗੱਲ ਜਦੋਂ ਅਸੀਂ ਇਹਨੂੰ ਘੋਖਾਂਗੇ ਨਾ ਅੱਗੇ ਜਾ ਕੇ, ਤਾਂ ਪਤਾ ਲੱਗੇਗਾ ਕਿ ਸੁੰਨੇ ਦਰਬਾਰ ਜਿਹੜੇ ਨੇ ਉਹ ਮੁੱਖ ਕਾਰਨ ਨੇ। ਅਤੇ ਦੂਜਾ ਸਾਡਾ ਜਿਹੜਾ ਗੱਲਬਾਤ ਅਸੀਂ ਕੋਸ਼ਿਸ਼ ਕੀਤੀ ਹੈ ਪਿਛਲੇ ਇੰਨੇ ਟਾਈਮ 'ਚ 10 ਮਹੀਨਿਆਂ 'ਚ, ਪਹਿਲੀ ਸਰਕਾਰ ਵੇਲੇ ਵੀ ਕੀਤੀ ਹੈ। ਚੰਨੀ ਸਾਹਿਬ ਨੂੰ ਵੀ ਅਸੀਂ ਮਿਲੇ, ਮੈਮੋਰੈਂਡਮ ਦਿੱਤਾ।
ਰੰਧਾਵਾ ਸਾਹਿਬ ਨੂੰ, KP ਰਾਣਾ ਉਸ ਵੇਲੇ ਸਪੀਕਰ ਸਨ, ਉਦੋਂ ਵੀ ਇੱਕ ਸਪੈਸ਼ਲ ਸੈਸ਼ਨ ਸੀ, ਉਹਦੇ ਵਾਸਤੇ ਅਸੀਂ ਮੰਗ ਰੱਖੀ ਸੀ। ਉਹਨਾਂ ਮੰਗ ਅਣਗੌਲੀ ਕਰਤੀ, ਪੰਜਾਬੀਆਂ ਨੇ ਉਹਨਾਂ ਨੂੰ ਅਣਗੌਲਿਆਂ ਕਰਤਾ। ਹੁਣ ਉਸ ਤੋਂ ਬਾਅਦ ਫਿਰ ਅਸੀਂ ਆਪਣਾ ਹੱਥ ਤਾਂ ਅਸੀਂ ਹਾਰਨਾ ਨਹੀਂ, ਕਿਉਂਕਿ ਗੁਰੂ ਦੀ ਮਸਲਾ ਸਾਡਾ ਨਿੱਜ ਦਾ ਨਹੀਂ ਹੈ, ਮਸਲਾ ਗੁਰੂ ਸਾਹਿਬ ਦੀ ਆਨ ਸ਼ਾਨ ਦਾ ਮਸਲਾ ਹੈ ਨਾ। ਇਹ ਕੋਈ ਇੱਕ ਬੰਦੇ ਦਾ ਮਸਲਾ ਨਹੀਂ, ਇਹ ਕਰੋੜਾਂ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਮਸਲਾ ਹੈ। ਅਸੀਂ 24 ਦਸੰਬਰ ਨੂੰ ਕ੍ਰਿਸਮਸ ਦੀ ਇੱਕ ਦਿਨ ਪਹਿਲਾਂ ਕੇਜਰੀਵਾਲ ਸਾਹਿਬ ਨੂੰ ਮਿਲੇ ਹਾਂ ਧਾਰੀਵਾਲ ਸਟੇਟ ਲੈਵਲ ਦੀ ਸਟੇਜ ਸੀਗੀ। ਉੱਥੇ ਜਦੋਂ ਅਸੀਂ ਖੜੇ ਹਾਂ, ਇਹੀ ਝੰਡਾ ਲੈ ਕੇ, ਮੇਰੇ ਕੋਲ ਝੰਡਾ, ਆਹ ਝੰਡਾ ਸੀ ਮੇਰੇ ਹੱਥ 'ਚ। ਇਹ ਝੰਡਾ ਵੀ ਬੜਾ ਇੱਕ ਮੀਨਿੰਗਫੁਲ ਮੈਸੇਜ ਹੈ, ਸਿੰਪਲ ਇੱਕ ਉਹ ਨਹੀਂ ਹੈ, ਫਲੈਗ ਨਹੀਂ ਹੈ। ਚਾਹੁੰਦਾ ਹੈ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ, ਹਰ ਕੋਈ ਚਾਹੁੰਦਾ। ਅੱਜ ਤਾਂ ਕੁੱਲ ਦੁਨੀਆ 'ਚ ਚਾਹੁੰਦੇ ਨੇ, ਖਾਸ ਤੌਰ 'ਤੇ ਕਿਸਾਨੀ ਸੰਘਰਸ਼ ਨੇ ਤਾਂ ਸਾਡੀ ਜਿਹੜੀ ਸਿੱਖੀ ਭਾਵਨਾ ਉਹਨੂੰ ਵਰਲਡ ਵਾਈਡ ਇੰਨਾ ਉਹ ਕਰ ਦਿੱਤਾ, ਐਲੈਬੋਰੇਟ ਕਰ ਦਿੱਤਾ ਕਿ ਦੁਨੀਆ ਸਮਝ ਗਈ ਹੈ ਕਿ ਸਿੱਖਾਂ ਨੂੰ ਤਾਂ ਐਵੇਂ ਬਦਨਾਮ ਕੀਤਾ ਸੀਗਾ ਕਿ ਖਾੜਕੂ ਨੇ, ਅੱਤਵਾਦੀ ਨੇ, ਉਹ ਨੇ। ਇਹ ਤਾਂ ਬਹੁਤ ਹੀ ਦਿਆਲੂ ਬੰਦੇ ਨੇ, ਇਹ ਤਾਂ ਹਰ ਮਨੁੱਖ ਦੀ ਸੇਵਾ ਕਰਨ ਵਾਲੇ। ਕਰੋਨਾ ਕਾਲ ਦੇ ਵਿੱਚ ਜਿਹੜੀ ਸਿੱਖਾਂ ਨੇ ਸੇਵਾ ਕੀਤੀ ਹੈ, ਅਤੇ ਕਿਸਾਨੀ ਮੋਰਚੇ 'ਚ ਜੋ ਸੇਵਾ ਹੋਈ ਹੈ, ਪੂਰਾ ਮੁਲਕ ਮੈਂ ਸਮਝਦਾ ਕਿ ਇਸ ਗੱਲ ਦਾ ਦੀਵਾਨਾ ਹੋ ਗਿਆ। ਸੋ ਚਾਹੁੰਦਾ ਹੈ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਇੱਕ ਰਿਐਲਿਟੀ ਹੈ। ਇਹ ਜਦੋਂ ਮੈਂ ਝੰਡਾ ਫੜ ਕੇ ਖੜਾ ਸੀ, ਨਾਲ ਮੇਰੇ ਹੋਰ ਵੀਰ ਸੀਗੇ, ਅਸੀਂ ਖੜੇ ਸੀ ਸਾਹਮਣੇ, ਤੇ ਕੇਜਰੀਵਾਲ ਸਾਹਿਬ ਸਟੇਜ ਤੇ ਬੈਠੇ, ਉਹਨਾਂ ਨੇ ਇਹ ਚੀਜ਼ ਪੜ੍ਹੀ, ਆਪਣੇ ਸਾਥੀ ਨੂੰ ਪੁੱਛਿਆ ਵੀ ਕੀ ਆ ਇਹਨਾਂ ਕੀ ਝੰਡਾ ਫੜਿਆ, ਉਹਨੇ ਦੱਸਿਆ, ਤੇ ਉਸੇ ਵੇਲੇ ਉਹਨਾਂ ਨੇ ਕਿਹਾ ਵੀ ਇਹਨੂੰ ਉੱਪਰ ਬੁਲਾਓ, ਖਾਲਸਾ ਜੀ ਨੂੰ ਉੱਪਰ ਬੁਲਾਓ। ਸ਼ਹਿਰੀ ਕਲਸੀ ਜਿਹੜੇ ਕਿ ਉਸ ਵੇਲੇ ਬਟਾਲੇ ਤੋਂ ਕੈਂਡੀਡੇਟ ਸੀ, ਉਹ ਥੱਲੇ ਆਏ ਨੇ ਸਟੇਜ ਤੋਂ, ਮੈਨੂੰ ਉੱਪਰ ਲੈ ਕੇ ਗਏ ਨੇ। ਚੱਲਦਾ ਸਮਾਗਮ ਰੋਕਿਆ ਗਿਆ, ਚਲਦੀ ਸਪੀਚ ਦੇ ਵਿੱਚ ਤੁਹਾਨੂੰ ਬੁਲਾਇਆ ਸੀ। ਹਾਂ, ਚੱਲਦੀ ਸਪੀਚ ਦੇ ਵਿੱਚ ਜਗਰੂਪ ਸਿੰਘ ਸੇਖਵਾਂ ਜਿਹੜੇ ਨੇ ਉਹ ਸਟੇਜ ਸੰਭਾਲਦੇ ਪਏ ਸੀ। ਜਦੋਂ ਮੈਂ ਸਟੇਜ ਤੇ ਗਿਆ, ਸਭ ਕੁਝ ਰੁਕ ਗਿਆ। ਤੁਸੀਂ ਅਹਿਮੀਅਤ ਦੇਖੋ ਉਸ ਵੇਲੇ ਦੀ। ਬਾਕੀ ਅੱਜ ਦੀ ਗੱਲ ਦੱਸਾਂਗਾ, ਫਿਰ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਕਿ ਇਹ ਕੀ ਹੋ ਗਿਆ। ਉਸ ਵੇਲੇ ਚੱਲਦੀ ਸਟੇਜ ਰੋਕ ਕੇ ਸਟੇਜ ਤੇ ਮੈਨੂੰ ਬੁਲਾਇਆ ਗਿਆ। ਮੈਂ ਗਿਆ, ਉੱਥੇ ਉਹਨਾਂ ਨੂੰ ਮੈਮੋਰੈਂਡਮ ਦਿੱਤਾ, ਉਹਨਾਂ ਪੜ੍ਹਿਆ, ਦੇਖਿਆ, ਗੱਲ ਸੁਣੀ ਮੇਰੀ, ਤੇ ਲਗਭਗ ਜਿੰਨੀ ਦੇਰ ਮੈਂ ਉਸ ਤੋਂ ਬਾਅਦ ਸਟੇਜ ਤੇ ਰਿਹਾ, ਉਹਨਾਂ ਦੇ ਹੱਥ ਜੁੜੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ। ਮੈਂ ਤਾਂ ਕੁੱਤਾ ਹਾਂ ਗੁਰੂ ਗ੍ਰੰਥ ਸਾਹਿਬ ਦਾ, ਹਮ ਕੂਕਰ ਤੇਰੇ ਦਰਬਾਰ, ਅਸੀਂ ਤਾਂ ਗੁਰੂ ਦੇ ਕੁੱਤੇ ਆ ਨਾ। ਪਰ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਉਸ ਵੇਲੇ ਉਹਨਾਂ ਨੇ ਦਿਖਾਇਆ, ਸਟੇਜ ਤੇ ਬੋਲੇ ਵੀ ਨੇ। ਸਪੀਚ ਵੀ ਇੱਕ ਦਿੱਤੀ ਸੀ ਉਹਨਾਂ ਕੀ ਬੇਅਦਬੀ ਦੇ ਮੁੱਦਿਆਂ ਤੇ ਸਕੰਜਾ ਕੱਸਿਆ ਜਾਵੇਗਾ, ਜਿਹੜੇ ਵੀ ਹੈਗੇ ਅਸੀਂ ਬੇਮਿਸਾਲ ਸਜ਼ਾ ਕਰਾਂਗੇ, ਅਸੀਂ ਸਜ਼ਾਵਾਂ ਦੇਵਾਂਗੇ, ਜਿਹੜੇ ਵੱਡੇ ਵੱਡੇ ਜਿਹੜੇ ਪਿੱਛੇ ਹੱਥ ਨੇ ਉਹ ਵੀ ਨੰਗੇ ਕਰਾਂਗੇ, ਬਹੁਤ ਕੁਝ ਬੋਲਿਆ। ਉਹ ਵੀ ਸਾਰਾ ਕੁਝ ਔਨ ਰਿਕਾਰਡ ਸਾਡੇ ਕੋਲ ਮੌਜੂਦ ਹੈ। ਉਦੋਂ ਬਾਅਦ ਜਿੱਤ ਗਏ ਚੋਣ, ਸਰਕਾਰ ਬਣ ਗਈ, ਤੇ ਫਿਰ ਸਰਕਾਰ ਬਣ ਗਈ, ਤੇ ਮਾਰਚ 10 ਤੇ ਉਦੋਂ ਬਾਅਦ ਅੱਜ ਤੱਕ ਬੇਅਦਬੀ ਦਾ ਲਫ਼ਜ਼ ਨਹੀਂ ਸੁਣਿਆ ਉਹਨਾਂ ਦੇ ਮੂੰਹੋਂ। ਮਾਨ ਸਾਹਿਬ ਦੇ ਵੱਲੋਂ ਵੀ ਇੱਕ ਐਲਾਨ ਕੀਤਾ ਗਿਆ ਸੀ ਬੇਅਦਬੀ ਦਾ ਮੁੱਦਾ ਸਰਕਾਰ ਬਣਨ ਤੋਂ ਪਹਿਲਾਂ, ਸਰਕਾਰ ਬਣਨ ਕਿ ਸਿੱਖਾਂ ਨੂੰ ਇਨਸਾਫ ਦਿੱਤਾ। ਮੈਂ ਤੁਹਾਨੂੰ ਡੇਟ ਦੱਸਦਾ ਜੀ, 25 ਜਨਵਰੀ ਨੂੰ ਸ਼ਾਮ ਨੂੰ ਇੱਕ ਵੀਡੀਓ ਰਿਲੀਜ਼ ਕਰਦੇ ਨੇ ਮਾਨ ਸਾਹਿਬ। ਉਸ ਵੇਲੇ CM ਕੈਂਡੀਡੇਟ ਸੀਗੇ, ਕਹਿੰਦੇ ਸੀ ਬਹੁਮਤ ਵਾਲੀ ਸਰਕਾਰ ਬਣੇਗੀ ਤੇ ਅਸੀਂ ਬੇਅਦਬੀਆਂ ਰੋਕਾਂਗੇ। ਬੇਮਿਸਾਲ ਸਜ਼ਾ ਦਾ ਲਫ਼ਜ਼ ਉਹ ਲੈ ਕੇ ਆਏ ਸੀ। ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬੀਆਂ ਦੇ ਨਾਲ, ਪਰ ਅੱਜ ਉਹ ਵਾਅਦਾ ਭੁੱਲ ਗਏ, ਉਹ ਵਾਅਦਾ ਭੁੱਲ ਚੁੱਕੇ ਨੇ। ਅੱਜ ਇਹ ਹਾਲ ਹੈ ਕਿ ਸਾਨੂੰ ਅੱਜ ਮੈਂ ਸਮਝਦਾ 38 ਦਿਨ ਹੋ ਗਏ ਨੇ, 40 ਦਿਨ ਚਲੀਆ ਕੱਟਿਆ ਚੱਲਿਆ ਸਾਡਾ, ਕਿ ਸਾਨੂੰ ਮਾਨ ਸਾਹਿਬ ਟਾਈਮ ਦਿਓ, ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦਾ ਦਰਦ ਜਿਹੜਾ ਤੁਹਾਨੂੰ ਪਹਿਲਾਂ ਮਹਿਸੂਸ ਹੁੰਦਾ ਸੀ ਚੋਣਾਂ ਦੇ ਦੌਰਾਨ, ਜਿਹੜਾ ਤੁਹਾਨੂੰ ਭੁੱਲ ਗਿਆ ਸੀ, ਤੁਹਾਨੂੰ ਤੁਹਾਡੀ ਜਿਹੜੀ ਵੀਡੀਓ ਦਿਖਾਉਣੀ ਚਾਹੁੰਦੇ ਹਾਂ ਵੀ ਉਦੋਂ ਤੁਸੀਂ ਆਹ ਗੱਲਾਂ ਕਹੀਆਂ ਸੀ ਬੇਮਿਸਾਲ ਸਜ਼ਾ ਦੀਆਂ, ਤੇ ਕਿੰਨੇ ਬੇਮਿਸਾਲ ਸਜ਼ਾ ਲਿਆਉਣੀ ਹੈ। ਆ ਤੁਸੀਂ ਹਾਊਸ ਲੰਘ ਗਿਆ, ਤੁਸੀਂ ਸੁਣਿਆ ਕੋਈ ਬੇਅਦਬੀ ਦਾ ਲਫ਼ਜ਼ ਕਿਸੇ ਦੇ ਮੂੰਹ? ਹਾਊਸ ਪੂਰਾ ਸੈਸ਼ਨ ਜਿਹੜਾ ਵਾ ਉਹਦੇ ਵਿੱਚ ਸਾਰੇ ਮੁੱਦੇ ਆ ਗਏ ਸਵਾਈ ਬੇਅਦਬੀ ਤੋਂ। ਪੰਜਾਬ ਦੇ ਜਿੰਨੇ ਮੁੱਦੇ ਸੀਗੇ ਜਿਨ੍ਹਾਂ ਤੇ ਉਹਨਾਂ ਨੇ ਗੱਲਾਂ ਕੀਤੀਆਂ ਸੀ, ਲਗਭਗ ਸਾਰਿਆਂ ਨੂੰ ਉਹਨਾਂ ਟੱਚ ਕੀਤਾ, ਪਰ ਬੇਅਦਬੀ ਨੂੰ ਅੱਖੋਂ ਓਲੇ ਕਰਦੇ ਪਏ ਨੇ। ਭਈ ਇਹ ਬੇਅਦਬੀ ਕਿਸੇ ਬੰਦੇ ਦੀ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਜਿਹੜਾ ਸਭ ਦੇ ਪੂਜਣਯੋਗ ਨੇ। ਸਾਰੀ ਦੁਨੀਆ ਅੱਜ ਦਰਬਾਰ ਸਾਹਿਬ ਲੱਖਾਂ ਲੋਕ ਜਿਹੜੇ ਗੈਰ ਸਿੱਖ ਨੇ ਉਹ ਵੀ ਆਉਂਦੇ ਨੇ। ਅੱਜ ਤਾਂ ਦੁਨੀਆ ਨਮਸਕਾਰਾਂ ਕਰਦੀ ਪਈ ਹੈ, ਤੇ ਉਸ ਗੁਰੂ ਦੀ ਬੇਅਦਬੀ ਹੈ। ਮੈਨੂੰ ਯਾਦ ਆ ਗਈ ਜਦੋਂ ਦਰਬਾਰ ਸਾਹਿਬ ਬੇਅਦਬੀ ਹੋਈ ਹੈ ਨਾ, ਤੇ ਕੇਜਰੀਵਾਲ ਸਾਹਿਬ ਅੰਮ੍ਰਿਤਸਰ ਏਅਰਪੋਰਟ ਤੇ ਉਤਰਦੇ ਆਂ ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ, ਇਹ ਬੜਾ ਵੱਡਾ ਬਿਆਨ ਦਿੱਤਾ ਸੀ ਮੀਡੀਆ ਦੇ ਵਿੱਚ। ਵੱਡਾ ਬਿਆਨ ਏਅਰਪੋਰਟ ਤੇ ਉਤਰਦੇ ਤੁਸੀਂ ਵੀ ਕਵਰ ਕੀਤਾ ਸੀਗਾ, ਪਰ ਕੀ ਕੀਤਾ ਅੱਜ 100 ਦਿਨ ਤੋਂ ਉੱਤੇ ਹੋ ਗਏ ਨਾ, ਕੀ ਕੀਤਾ?
ਹੁਣ ਸਬਕ ਤਾਂ ਦੇਤਾ ਨਾ। ਇਹ ਕੈਪਟਨ ਸਾਹਿਬ ਦੇ ਰਾਹ ਤੁਰੇ ਸੀ ਤੇ ਕੈਪਟਨ ਸਾਹਿਬ ਵਾਲਾ ਹਸ਼ਰ ਹੁੰਦਾ ਦੇਖਿਆ ਕਿ ਨਹੀਂ ਸੰਗਰੂਰ ਦੇ ਵਿੱਚ? ਉਹ ਸੀਟ ਜਿਹੜੀ ਆਪ ਛੱਡੀ, ਮਾਨ ਸਾਹਿਬ ਨੇ ਆਪ ਹੀ ਸੀਟ ਛੱਡੀ ਆ ਨਾ। ਉਹ ਉੱਥੋਂ ਲਗਾਤਾਰ MP ਚਲੇ ਆ ਰਹੇ ਨੇ, ਆਪ ਸੀਟ ਛੱਡੀ। ਤੇ ਇਹਨਾਂ ਦੇ MLA ਜੇ ਟੋਟਲ ਲਾਈਏ ਤਾਂ 4 ਲੱਖ ਵੋਟ ਟੋਟਲ ਜਿੱਤੇ ਆ, 4 ਲੱਖ ਪਲੱਸ ਵੋਟ ਜਿੱਤੇ ਨੇ। ਤੇ ਹੁਣ ਕੀ ਹੋ ਗਿਆ? ਹੁਣ 5,500 ਤੇ ਹਾਰ ਗਏ। ਇਹ ਕਿਉਂ ਹਾਰੇ ਨੇ? ਇਹ ਪੰਜਾਬੀ ਜਿਹੜੇ ਨੇ ਜਰਦੇ ਨਹੀਂ। ਕਿ ਜੋ ਪੰਜਾਬੀਆਂ ਦੇ ਨਾਲ ਵਾਅਦੇ ਕੀਤੇ ਸੀ ਇਹਨਾਂ ਨੇ, ਕਿਉਂਕਿ ਜਦੋਂ ਸਰਕਾਰ ਬੰਨੀ ਹੁੰਦੀ ਹੈ, ਜੇ ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਕਾਂਗਰਸ ਦੀ ਗੱਲ ਕੀਤੀ ਜਾਵੇ, ਇਹ ਹਮੇਸ਼ਾ ਹੀ ਕੈਪਟਨ ਸਾਹਿਬ ਦੇ ਵੱਲੋਂ ਗੁਟਕਾ ਸਾਫੜ ਕੇ ਸਹੁੰ ਖਾਧੀ ਗਈ ਸੀ, ਨਸ਼ਾ ਮੁਕਤ ਪੰਜਾਬ ਕੀਤਾ ਜਾਵੇ, ਬੇਅਦਬੀਆਂ ਦੇ ਮੁੱਦੇ। ਜੇ ਅਕਾਲੀ ਦਲ ਦੀ ਗੱਲ, ਉਹੀ ਸੇਮ ਜਿਹੜਾ ਕਿ ਇਹ ਰਵਾਇਤੀ ਪਾਰਟੀ ਨੇ ਜੋ ਕਿਹਾ ਹੈ, ਉਹੀ ਇਸੇ ਪਾਰਟੀ ਨੇ ਕਿਹਾ। ਤੇ ਲੱਗਦਾ ਕਿ ਬੇਅਦਬੀ ਦੇ ਮੁੱਦੇ ਦੇ ਉੱਪਰ ਇਹਨਾਂ ਨੂੰ ਵੋਟ ਪਈ ਸੀ ਕਿ ਸਿੱਖਾਂ ਨੇ ਕਿਹਾ ਸੀ ਕਿਤੇ ਨਾ ਕਿਤੇ ਨੂੰ ਇਨਸਾਫ ਮਿਲੇਗਾ। ਸਾਨੂੰ ਵੀ ਉਮੀਦ ਸੀਗੀ ਜੀ, ਸਾਨੂੰ ਉਮੀਦ ਸੀ। ਕਈ ਮੇਰੇ ਤੇ ਨਾ ਬੜੇ ਇਲਜ਼ਾਮਬਾਜ਼ੀ ਸ਼ੁਰੂ ਹੋ ਗਈ ਹੈ। ਤੁਹਾਨੂੰ ਪਤਾ ਸਾਰਿਆਂ ਦੇ IT ਸੈੱਲ ਨੇ, ਕੋਈ ਕਿਸੇ ਦਾ ਭੇਜਿਆ ਬੋਲਦਾ, ਕਿਸੇ ਦਾ ਤੋਤਾ ਹੈ, ਕੋਈ ਜਿਹਦਾ ਜੋ ਜੀ ਕਰਦਾ, ਹਰ ਕਿਸੇ ਨੂੰ ਹੈ। ਪਰ ਮੈਂ ਇੱਕ ਗੱਲ ਕਹਿ ਦੇਵਾਂ, ਜਿੱਦਣ 13 ਤਰੀਕ ਨੂੰ ਬੇਅਦਬੀ ਹੋਈ ਹੈ ਨਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ, ਉਦਣ ਅਸੀਂ ਕੈਪਟਨ ਸਾਹਿਬ ਨੂੰ ਵੀ ਵੰਗਾਰ ਪਾਈ ਸੀ ਤੇ ਲਾਈਵ ਦੇ ਉੱਤੇ ਵੰਗਾਰ ਪਾਈ ਸੀ। ਤੇ ਅੱਜ ਵੀ ਉਹ ਮੌਜੂਦ ਹੈ ਸਾਡੇ ਟਹਿਲ ਸੇਵਾ ਦੇ ਪੇਜ ਤੇ, ਉਹ ਅੱਜ ਵੀ ਮੌਜੂਦ ਹੈ ਕਿ ਕੈਪਟਨ ਸਾਹਿਬ ਤੁਹਾਨੂੰ ਅੱਜ ਇੱਥੇ ਆਉਣਾ ਚਾਹੀਦਾ ਸੀ। ਉਹ ਵੀ ਉਦਣ ਹੁਸ਼ਿਆਰਪੁਰੋਂ ਹੋ ਕੇ ਮੁੜ ਗਏ ਸੀ, ਹੁਸ਼ਿਆਰਪੁਰ ਆਏ ਸੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਹੀਂ ਸੀ ਪਹੁੰਚ ਸਕੇ। ਤੇ ਜਿਹੜੇ ਗੁਰੂ ਨੂੰ ਪਿੱਠ ਦਿਖਾਉਂਦੇ ਨੇ ਨਾ, ਉਹਨਾਂ ਦਾ ਹਸ਼ਰ ਕੀ ਹੁੰਦਾ ਅਸੀਂ ਸਾਰੇ ਜਾਣਦੇ ਹਾਂ। ਅੱਜ ਵੇਖ ਲਓ ਕਿੱਥੇ ਉਹ ਜਿਹਨਾਂ ਦਾ ਰਾਜ ਸੀਗਾ, ਜਿਨ੍ਹਾਂ ਨੇ ਬਰਗਾੜੀ 'ਚ ਗੋਲੀਆਂ ਚਲਵਾਈਆਂ, ਪੁਲਿਸ ਅਣਪਛਾਤੀ ਕਰ ਦਿੱਤੀ, ਉਹ ਕਿੱਥੇ ਨੇ ਅੱਜ? ਫੋਟੋ ਨਹੀਂ ਲਵਾ ਸਕੇ ਸੰਗਰੂਰ ਦੇ ਵਿੱਚ, ਆਪਣੀ ਫੋਟੋ ਨਹੀਂ ਲਵਾ ਸਕੇ ਆਪਣੇ ਕੈਂਡੀਡੇਟ ਦੇ ਨਾਲ। ਤੇ ਆਪਣਾ ਕੈਂਡੀਡੇਟ ਉਹਨਾਂ ਦਾ ਉਹ ਸਭ ਤੋਂ ਲਾਸਟ ਪੋਜੀਸ਼ਨ ਤੇ ਆਵੇ। ਤੇ ਪੰਥਕ ਪਾਰਟੀ ਹੋਏ ਤੇ ਸਭ ਤੋਂ ਲਾਸਟ ਪੋਜੀਸ਼ਨ ਤੇ ਬੰਦੀ ਸਿੰਘਾਂ ਦੀ ਗੱਲ ਕਰ ਰਹੀ ਹੋਏ। ਇਹ ਹੁਣ ਘੋਖਣਾ ਤਾਂ ਪਏਗਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜੇ ਦਗਾ ਕਮਾਉਣ ਵਾਲੇ ਲੋਕ ਨੇ ਨਾ, ਉਹਨਾਂ ਦਾ ਇਹੀ ਹਸ਼ਰ ਹੋਣਾ ਹੈ। ਗੁਰਪ੍ਰੀਤ ਜੀ, ਇੱਕ ਚੀਜ਼ ਹੋਰ ਹੈ, ਜਿਹੜੀ 295 ਧਾਰਾ ਵਾ, ਲੱਗਦਾ ਕਿ ਜੇ ਸਖਤ ਕੀਤੀ ਜਾਵੇ ਬੇਅਦਬੀ ਦੇ ਮਾਮਲੇ ਰੁਕ ਸਕਦੇ? ਬਿਲਕੁਲ ਜੀ, ਫਰਕ ਤਾਂ ਪੈਂਦਾ ਹੀ ਹੈ। ਹੁਣ ਜੇ 302 ਦੇ ਵਿੱਚ ਫਾਂਸੀ ਦੀ ਜਾਂ ਉਮਰ ਕੈਦ ਦੀ ਸਜ਼ਾ ਨਾ ਹੋਏ, ਇੱਥੇ ਗਾਜਰ ਮੂਲੀ ਵਾਂਗੂ ਬੰਦੇ ਕੱਟੀ ਜਾਣੇ। ਸਜ਼ਾ ਦਾ ਡਰ ਤਾਂ ਹੁੰਦਾ। ਉਹਨੂੰ ਬੇਮਿਸਾਲ ਸਜ਼ਾ ਲਫ਼ਜ਼ ਕਿਉਂ ਵਰਤਿਆ ਸੀ? ਬੇਮਿਸਾਲ ਸਜ਼ਾ ਹੋਣੀ ਚਾਹੀਦੀ ਹੈ। ਹੁਣ ਮੈਂ ਕੀ ਦੱਸਾਂ, ਜੇ ਇੱਕ ਡਾਟਾ ਦੱਸਾਂ ਨਾ, ਅੱਖਾਂ 'ਚੋਂ ਹੰਝੂ ਨਹੀਂ ਰੁਕਦੇ। ਆ ਸਾਡਾ ਜਿਹੜਾ ਮੈਮੋਰੈਂਡਮ ਬਣਿਆ ਹੋਇਆ, ਉਹਦੇ ਵਿੱਚ ਅਸੀਂ ਇਹੀ ਮੰਗਾਂ ਰੱਖੀਆਂ ਨੇ ਨਾ ਕਿ 295 ਨੂੰ ਸਖਤ ਕਰੋ। ਇਹ ਤਾਂ ਡਰਾਮੇਬਾਜ਼ੀ ਕੀਤੀ ਹੋਈ ਹੈ ਇਹਨਾਂ ਨੇ। ਉਹ ਪਹਿਲਾਂ ਹੀ ਜਿਹੜਾ ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਜਿਹਨੇ ਬੇਅਦਬੀ ਕੀਤੀ ਹੈ, ਉਹ 25-30 ਲੱਖ ਦੀ ਗੱਡੀ 'ਚ ਆਇਆ, 1.25 ਲੱਖ ਦਾ ਜੇਬ 'ਚ ਮੋਬਾਈਲ ਹੈ, 1.5 ਘੰਟਾ ਬੈਠ ਕੇ ਉਹਨੇ ਉੱਥੇ ਵੇਟ ਕੀਤੀ ਹੈ ਕਿ ਮੈਂ ਇਸ ਐਗਜ਼ੈਕਟ ਟਾਈਮ ਦੇ ਉੱਤੇ ਮੈਂ ਆਪਣੀ ਕਾਰਵਾਈ ਪਾਉਣੀ ਹੈ, ਮੇਰੀ ਇੱਕ ਗੱਲ ਪੂਰੀ ਹੋ ਲੈਣ ਦਿਓ। ਬੈਠਾ ਰਿਹਾ। ਹੁਣ ਕੀ ਸਿੱਧ ਕੀਤਾ ਹੈ? ਇਹ ਪਾਗਲ ਸਿੱਧ ਹੋ ਰਹੇ, ਇਹ ਪਾਗਲ ਸਿੱਧ ਹੋ ਰਹੇ ਨੇ, ਕਿਉਂਕਿ ਪਹਿਲਾਂ ਹੀ ਮੈਡੀਕਲ ਸਰਟੀਫਿਕੇਟ ਤੇ ਪਤਾ ਨਹੀਂ ਕੀ ਕੁਝ ਕਰਦੇ ਨੇ। ਹੁਣ ਇਹ ਤਾਂ ਸਰਕਾਰਾਂ ਨੇ ਵੇਖਣਾ ਨਾ। ਹੁਣ ਮਿਲੀ ਭੁਗਤ ਲੱਗਦੀ ਸਰਕਾਰ ਦੀ। ਵੇਖੋ, ਪਾਗਲ ਉਹ ਨੇ, ਪਾਗਲ ਉਹ ਹੈ ਕਿ ਸਾਨੂੰ ਪੰਜਾਬੀਆਂ ਨੂੰ ਪਾਗਲ ਬਣਾਇਆ ਜਾ, ਗੁਰੂ ਗ੍ਰੰਥ ਸਾਹਿਬ ਦੇ ਸ਼ਰਧਾਲੂਆਂ ਨੂੰ ਪਾਗਲ ਬਣਾਇਆ ਜਾ ਕਿ ਕਾਨੂੰਨ ਦੇ ਘਾੜਿਆਂ ਨੂੰ ਪਾਗਲ ਬਣਾਇਆ ਜਾ ਰਿਹਾ। ਕਿਉਂਕਿ ਕਾਨੂੰਨ ਨੂੰ ਲਾਗੂ ਕਰਨ ਵਾਲੇ ਜਾਂ ਹੁਣ ਕੋਰਟਸ ਜਿਹੜੀਆਂ ਨੇ, ਉਹਨਾਂ ਦੇ ਕਾਨੂੰਨ ਦੇ ਉੱਤੇ ਕਾਰਵਾਈ ਕਰਨੀ। ਤੇ ਜੇ ਕਾਨੂੰਨ ਹੀ ਏਡਾ ਕਮਜ਼ੋਰ ਹੈ, ਅਸੀਂ ਕਾਹਦਾ ਹੋਰ ਰੋਣਾ? ਸਾਡਾ ਰੋਣਾ ਕਾਹਦਾ? ਅਸੀਂ ਚੰਨੀ ਸਾਹਿਬ ਨੂੰ ਵੀ ਇਹੀ ਰੋਣਾ ਰੋਇਆ ਸੀ, ਉਹਨੂੰ ਸਖਤ ਕਰ ਦਿਓ। ਇਹ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਦਾ ਮਸਲਾ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਦਾ ਮਸਲਾ ਹੈ। ਇਹ ਜਿਹੜਾ ਨਹੀਂ ਸਮਝ ਰਿਹਾ ਨਾ, ਇਹਨਾਂ ਨੂੰ ਵੀ ਸਮਝਾ ਦੇਵਾਂਗੇ। ਹੁਣ ਲੱਗਦਾ ਕਿ ਸੰਗਰੂਰ ਦੇ ਵਿੱਚ ਹੁਣ ਕਿਤੇ ਨਾ ਕਿਤੇ ਪਤਾ ਲੱਗ ਗਿਆ। ਸੰਗਰੂਰ ਵਾਲਿਆਂ ਨੇ ਤੇ ਦੱਸਤਾ। ਤੇ ਹੁਣ ਜੇ ਅਜੇ ਵੀ ਨਾ ਸਮਝੇ, ਵੈਸੇ ਤਾਂ ਕਹਿੰਦੇ ਕਿ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ, ਤੇ ਇਹਨਾਂ ਨੂੰ ਤਾਂ ਦਿਖਾ ਹੀ ਦਿੱਤਾ ਹੈ। ਸ਼ੀਸ਼ਾ ਸਾਫ਼ ਹੋ ਗਿਆ ਇਹਨਾਂ ਦਾ ਤਾਂ ਸ਼ੀਸ਼ਾ। ਮੈਨੂੰ ਲੱਗਦਾ ਕਿ ਉਹ ਕਈ ਵਾਰੀ ਹੁੰਦਾ ਨਾ, ਧੁੰਦ ਜਿਹੀ ਜੰਮ ਜਾਂਦੀ ਹੈ ਸਰਦੀਆਂ 'ਚ ਐਨਕ ਦੇ ਅੱਗੇ, ਉਹ ਤਾਂ ਸਾਫ਼ ਕਰਤੀ ਹੈ ਵੀ ਜਿਹੜੇ ਰਾਹ ਤੁਸੀਂ ਤੁਰੇ ਹੋ, ਇਸ ਰਾਹ ਦੇ ਨਾਲ ਕੁਝ ਨਹੀਂ ਜੇ ਬਣਨਾ। ਠੀਕ ਹੈ, ਬਾਕੀ ਮੁੱਦੇ ਵੀ ਜ਼ਰੂਰੀ ਹੈ। ਜਿਹੜੇ ਮੇਰੇ ਉੱਤੇ ਬਹੁਤਾ ਕਰਦੇ ਆ ਨਾ ਵੀ ਤੂੰ ਹੁਣ ਕਿਉਂ ਬੋਲਦਾ, ਇੱਦਾਂ ਕਿਉਂ ਬੋਲਦਾ, ਉਹ ਅਸੀਂ ਉਦੋਂ ਵੀ ਇੱਦਾਂ ਹੀ ਬੋਲੇ ਸੀ। ਤੁਸੀਂ ਉਹ ਮੇਰੀ ਪੋਸਟ ਦੇਖ ਲਿਓ, 24 ਦਸੰਬਰ ਦੀ ਪੋਸਟ। ਉਦੋਂ ਅਸੀਂ ਰੰਧਾਵਾ ਸਾਹਿਬ ਨਾਲ ਵੀ ਇੱਦਾਂ ਹੀ ਬੋਲੇ ਸੀ। ਉਹ ਰੰਧਾਵਾ ਸਾਹਿਬ, ਤੁਸੀਂ ਕੱਖ ਨਹੀਂ ਕੀਤਾ। ਗੱਲ ਇਹ ਨਹੀਂ, ਗੱਲ ਸਾਡਾ ਕੋਈ ਧੜਾ ਨਹੀਂ। ਸਾਡਾ ਧੜਾ ਗੁਰੂ ਗ੍ਰੰਥ ਸਾਹਿਬ ਹੈ। ਸਾਡਾ ਧੜਾ ਗੁਰੂ ਦੇ ਨਾਲ ਹੈ। ਅਸੀਂ ਗੁਰੂ ਦੇ ਨਾਲ, ਹਾਂ, ਗੁਰੂ ਦੇ ਵਾਸਤੇ ਹਾਂ। ਨਾਲ ਤਾਂ ਅਸੀਂ ਹੋ ਹੀ ਨਹੀਂ ਸਕਦੇ। ਅਸੀਂ ਗੁਰੂ ਦੇ ਵਾਸਤੇ ਹਾਂ, ਗੁਰੂ ਦੇ ਸਿੱਖ ਹਾਂ, ਗੁਰੂ ਦੇ ਕੁੱਕਰ ਹਾਂ। ਅਸੀਂ ਜੋ ਕਰ ਸਕਦੇ ਕਰਾਂਗੇ।
ਤੇ ਇਹ ਜਿਹੜੇ ਭੁੱਲਣ ਵਾਲੇ ਨੇ ਨਾ, ਇਹਨਾਂ ਨੂੰ ਹੁਣ ਯਾਦ ਕਰਾਵਾਂਗੇ। ਅਸੀਂ ਉਹ ਵੀ ਨਹੀਂ ਭੁੱਲੇ। ਉਹ ਜੇ ਪੰਜਾਬ ਦਾ ਕਿਸਾਨ 13 ਮਹੀਨੇ ਦਿੱਲੀ ਦੇ ਬਾਰਡਰਾਂ ਤੇ ਬਹਿ ਸਕਦਾ, ਉਹ ਕੀ ਆਪਣੇ ਇਸ਼ਟ ਦੀ ਏਦਾਂ ਜਿਹੜੀ ਬਾਰ-ਬਾਰ ਬੇਅਦਬੀ ਹੋ ਰਹੀ ਹੈ ਉਹਦੇ ਵਾਸਤੇ ਆਪਣਾ ਇੱਥੇ ਹੁਣ ਇਹਨਾਂ ਨੂੰ ਜਿਹੜੇ 92 ਬਣਾ ਕੇ ਦਿੱਤੇ, ਕਿੰਨੇ ਬਣਾਏ ਨੇ? ਅਸੀਂ ਬਣਾਏ ਸੀਗੇ। ਮੈਂ ਖੁਦ ਗਿਆ ਦਿੱਲੀ ਜੀ। ਅੱਜ ਮੈਨੂੰ ਬੜੇ ਮਿਹਣੇ ਵੱਜਣ ਡਏ ਵੀ ਇਹ ਬੋਲਣ ਲੱਗ ਪਿਆ। ਉਹ ਅਸੀਂ ਤਾਂ ਖੁਦ ਇਸ ਸਰਕਾਰ ਦੇ ਵਾਸਤੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਵੀਡੀਓ ਦਿੱਲੀ ਵਾਲਿਆਂ ਦੀਆਂ ਭਾਵਨਾਵਾਂ ਵੀ ਦਿੱਲੀ ਚਾਹ ਹੋ ਗਿਆ, ਪੰਜਾਬ 'ਚ ਹੋਏਗਾ। ਚਲੋ ਉਹ ਤਾਂ ਕਿਸੇ ਹੱਦ ਤੱਕ ਸ਼ੁਰੂ ਕੀਤਾ ਇਹਨਾਂ ਨੇ, ਕੋਈ ਗੱਲਾਂ ਬਜਟ 'ਚ ਆਈਆਂ, ਪਰ ਬੇਅਦਬੀ ਦਾ ਮਸਲਾ ਭਾਈ ਇਹਦੇ ਬਗੈਰ ਮੁੱਦਾ ਨਹੀਂ ਚੁੱਕਿਆ ਜਾਂਦਾ। ਇਹ ਇਗਨੋਰ ਕਿਉਂ ਕੀਤਾ ਜਾ ਰਿਹਾ? ਮੈਂ ਸਕਰੋਲ ਟੀਵੀ ਦੇ ਸਾਰੇ ਦਰਸ਼ਕਾਂ ਦੇ ਰਾਹੀਂ ਮੈਂ ਇਹ ਗੱਲ ਪਹੁੰਚਾਉਣਾ ਚਾਹੁੰਦਾ। ਅੱਜ ਆਪਣੇ ਆਪਣੇ ਹਲਕਿਆਂ ਦੇ ਐਮਐਲਏ ਨੂੰ ਪੁੱਛੋ, ਕਿਉਂ ਚੇਤਾ ਭੁੱਲ ਗਿਆ ਬੇਅਦਬੀ ਦਾ? ਅੱਜ ਨਹੀਂ ਯਾਦ ਆਉਂਦਾ? ਉਦਾਂ ਤਾਂ ਹਰ ਥਾਂ ਬਰਗਾੜੀ ਦੇ ਦੋਸ਼ੀ, ਬਰਗਾੜੀ ਦੇ ਦੋਸ਼ੀ। ਉਹ ਬਰਗਾੜੀ ਤੋਂ ਬਾਅਦ ਕੀ ਕੁਝ ਹੋ ਗਿਆ? ਬਰਗਾੜੀ ਦੇ ਦੋਸ਼ੀ ਤਾਂ ਹੈ ਹੀ ਨੇ। ਉਹ ਅਸੀਂ ਇਸੇ ਲਈ ਮੰਗ ਕਰਦੇ ਪਏ ਆ ਕਿ ਐਂਟੀ ਬੇਅਦਬੀ ਟਾਸਕ ਫੋਰਸ ਦਾ ਗਠਨ ਕਰੋ। ਐਂਟੀ ਬੇਅਦਬੀ ਟਾਸਕ ਫੋਰਸ ਚਾਹੀਦੀ ਆ। ਤੁਸੀਂ ਵੇਖਦੇ ਹੋ ਨਾ, ਐਂਟੀ ਟੈਰਰ ਜਿਹੜੀ ਆ ਗੈਂਗਸਟਰ ਟਾਸਕ ਫੋਰਸ ਬਣੀ, ਉਹ ਕੰਮ ਕਰਦੀ ਪਈ ਹੈ ਨਾ। ਤੇ ਬੇਅਦਬੀ ਦੇ ਉੱਤੇ ਕੀ ਹੁੰਦਾ ਵੀ ਆ ਪੱਖੇ ਨਾਲ ਅੱਗ ਲੱਗ ਗਈ ਜੀ, ਮੇਰੇ ਘਰ ਤਾਂ ਲੱਗੀ ਨਹੀਂ ਅੱਜ ਤੱਕ, ਤੁਹਾਡੇ ਵੀ ਨਹੀਂ ਲੱਗੀ ਹੋਏਗੀ, ਕਿਸੇ ਦੇ ਵੀ ਨਹੀਂ ਲੱਗਦੀ। ਕਿਸੇ ਦੇ ਘਰ ਪੱਖੇ ਤੋਂ ਅੱਗ ਨਹੀਂ ਲੱਗਦੀ। ਪੱਖਾ ਵੱਧ ਤੋਂ ਵੱਧ ਖਰਾਬ ਹੋਊਗਾ ਤੇ ਜਾਮ ਹੁੰਦਾ ਹੈ। ਪਰ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਥੇ ਗੱਲ ਹੁੰਦੀ ਹੈ, ਜਿੱਥੇ ਕੋਈ ਅੱਗ ਲਾ ਜਾਂਦਾ, ਇਹ ਜੀ ਪੱਖੇ ਤੋਂ ਲੱਗ ਗਈ, ਤਾਰ ਸ਼ਾਰਟ ਹੋ ਗਈ ਜੀ, ਆਹ ਹੋ ਗਿਆ, ਉਹ ਹੋ ਗਿਆ। ਇਹ ਕਮੀਨਗੀਆਂ ਨੇ, ਇਹ ਕਮੀਨਗੀਆਂ ਨੇ। ਕਮੀਨਗੀਆਂ ਵੀ ਬੰਦ ਕਰਾਉਣੀਆਂ ਨੇ ਖਾਲਸੇ ਨੇ। ਇਹ ਗੁਰੂ ਦੇ ਪਿਆਰ ਵਾਲੇ ਸਿੱਖਾਂ ਨੇ ਕਮੀਨਗੀਆਂ ਵੀ ਬੰਦ ਕਰਾਉਣੀਆਂ ਨੇ। ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ, ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਟਹਿਲ ਸੇਵਾ ਦੇ ਵਿੱਚ ਲੱਗਦੇ ਪਏ ਨੇ ਸਿੰਘ। ਉਹ ਜਜ਼ਬੇ ਦੇ ਨਾਲ ਖੜੇ ਹੋਵਾਂਗੇ। ਕਿਹਦੀ ਜੁਰਤ ਹੈ? ਅੱਖ ਕੈੜੀ ਕਰ ਕਿਹੜਾ ਝਾਕ ਜੂ, ਜੇਕਰ ਵਾਰੀ ਟਹਿਲ ਸੇਵਾ ਦੀ ਲਾਵਾਂਗੇ। ਇਹ ਅੱਜ ਦੀ ਗੱਲ ਨਹੀਂ, ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਇਹ ਗੱਲ ਕਹੀ ਸੀ ਤੇ ਅੱਜ ਉਹ ਗੱਲ ਸਿੱਧ ਹੋ ਰਹੀ ਹੈ। 85 ਘਰ ਇੱਕ ਇੱਕ ਗੁਰੂ ਘਰ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਇਹ ਕੋਈ ਬਹੁਤਾ ਔਖਾ ਕਾਰਜ ਨਹੀਂ। ਗੱਲ ਇਹ ਆ ਕਿ ਹੁਣ ਆਪਾਂ ਜਾਗੇ ਆ ਤੇ ਇਹਨਾਂ ਨੂੰ ਵੀ ਜਗਾਵਾਂਗੇ। ਕਿਉਂਕਿ ਦੇਖੋ ਦੋ ਗੱਲ ਨੇ, ਇੱਕ ਤਾਂ ਇਹ ਕਿ ਹਾਂ ਸਾਡਾ ਘਰ ਹੈ ਨਾ, ਅਸੀਂ ਆਪਣੇ ਘਰ ਸਾਂਭਣਾ, ਗੁਰੂ ਘਰ ਹੈ, ਅਸੀਂ ਗੁਰੂ ਦੇ ਬੱਚੇ ਆ, ਅਸੀਂ ਸਾਂਭਣਾ। ਹਉ ਪੂਤ ਤੇਰਾ ਤੂੰ ਬਾਪ ਮੇਰਾ, ਸਾਡਾ ਇੱਕ ਬਾਬਾ ਕਬੀਰ ਸਾਹਿਬ ਦੀ ਪੰਕਤੀ ਹੈ। ਅਸੀਂ ਆ ਜਿਹੜੀ ਪੰਕਤੀ ਲਈ ਹੈ ਨਾ, ਇਹ ਵੀ ਬਹੁਤ ਕੀਮਤੀ। ਜੇ ਤੁਸੀਂ ਪਹੁੰਚਾਇਓ, ਦੁਨੀਆ ਤੱਕ ਪਹੁੰਚਾ ਦਿਓ। ਅੱਜ ਸਕਰੋਲ ਦੇ ਜਾਈ, ਇਹ ਸਕਰੋਲ ਪਹੁੰਚ ਜਾਏ। ਹਉ ਪੂਤ ਤੇਰਾ ਤੂੰ ਬਾਪ ਮੇਰਾ। ਗੁਰੂ ਗ੍ਰੰਥ ਸਾਹਿਬ ਜੀ, ਤੁਸੀਂ ਸਾਡੇ ਪਿਤਾ ਹੋ, ਅਸੀਂ ਤੁਹਾਡੇ ਬੱਚੇ ਆ। ਅਸੀਂ ਭਾਵੇਂ ਪੁੱਤਰ ਆ, ਭਾਵੇਂ ਧੀਆਂ, ਪਰ ਹਾਂ ਤੁਹਾਡੇ ਹੀ। ਇਹ ਜਿਹੜਾ ਸੁਨੇਹਾ ਇਹ ਅਸੀਂ ਘਰ ਘਰ ਪਹੁੰਚਾ ਰਹੇ ਹਾਂ। 450 ਪਿੰਡਾਂ ਤੱਕ ਸਾਡਾ ਸੁਨੇਹਾ ਪਹੁੰਚ ਗਿਆ ਹੁਣ ਤੱਕ। ਤੇ ਇਹ ਅਸੀਂ ਲਗਾਤਾਰ ਸਾਰੇ ਪੰਜਾਬ 'ਚ 13,000 ਪਿੰਡ ਨੇ, ਸਭ ਥਾਂ ਜਾਵਾਂਗੇ, ਹਰ ਘਰ ਤੱਕ ਪਹੁੰਚ ਕਰਾਂਗੇ, ਜਗਾਵਾਂਗੇ। ਤੇ ਜਿਹੜੇ ਜਾਗੇ ਨੇ ਨਾ, ਉਹ ਫਿਰ ਹੁਣ ਇਹਨਾਂ ਨੂੰ ਵੀ ਜਗਾਉਣਗੇ। 40 ਦਿਨ ਹੋ ਗਏ ਨੇ, 22 ਮਈ ਤੋਂ ਲੈ ਕੇ ਅੱਜ ਤੱਕ ਸਾਨੂੰ ਕਿਸੇ ਨੇ ਇਹ ਨਹੀਂ ਆਖਿਆ ਵੀ ਤੁਸੀਂ ਆ ਕੇ ਮਿਲ ਹੀ ਲਓ। ਉਹ ਧਾਰਾ ਸਖਤ ਕਰਨੀ ਤਾਂ ਬੜੀ ਦੂਰ ਦੀ ਗੱਲ ਹੈ। ਉਹ ਜਿਹਨੂੰ ਹੁਣ ਮੈਂ ਕੀ ਕਵਾਂ, ਉਹ ਜਦੋਂ ਸਟੇਜਾਂ ਤੇ ਹੱਥ ਜੋੜ ਕੇ ਖੜੇ ਸੀ ਨਾ, ਅੱਜ ਦੂਰੋਂ ਹੀ ਹੱਥ ਜੋੜੀ ਜਾਂਦੇ ਨੇ। ਇਹ ਕੀ ਹੋ ਗਿਆ ਭਾਈ? ਹੈ ਵੋਟਾਂ ਲੈਣ ਵੇਲੇ ਤੁਸੀਂ ਹੋਰ, ਹਾਥੀ ਦੇ ਦੰਦ ਖਾਣ ਨੂੰ ਹੋਰ, ਵਿਖਾਉਣ ਨੂੰ ਹੋਰ। ਇਹ ਉਹੀ ਮਾਨ ਸਾਹਿਬ ਆ ਜਿੱਥੇ ਕਿ ਗਲੀਆਂ ਦੇ ਵਿੱਚ ਘੁੰਮਦਾ ਸੀ, ਪਰ ਲੋਕ ਹੁਣ ਆਪਣੀਆਂ ਮੁਸ਼ਕਿਲਾਂ ਦੱਸਣਾ ਚਾਹੁੰਦੇ। ਮਾਨ ਸਾਹਿਬ ਮਿਲਦੇ ਨਹੀਂ, ਨਾ ਫੋਨ ਤੱਕ ਚੁੱਕੇ ਦੇ। ਵੇਖੋ ਜੀ, ਚੰਨੀ ਸਾਹਿਬ ਨੂੰ ਜਦੋਂ ਅਸੀਂ ਮਿਲੇ ਆ ਨਾ, ਵੇਖੋ ਜਿਹੜੀ ਜੋਸ਼ ਆਈ ਹੈ ਦੱਸਣੀ ਚਾਹੀਦੀ ਹੈ। ਜਿੱਦਣ ਅਸੀਂ ਚੰਨੀ ਸਾਹਿਬ ਨੂੰ ਮਿਲੇ, ਬਾਜਵਾ ਤ੍ਰਿਪਤ ਬਾਜਵਾ ਜੀ, ਉਹਨਾਂ ਦੇ ਘਰ ਅਸੀਂ ਗਏ ਆ। ਉਹਨਾਂ ਨੇ ਟਾਈਮ ਰਲਾਇਆ, ਸਾਨੂੰ ਅੱਧੇ ਘੰਟੇ ਚੰਨੀ ਸਾਹਿਬ ਨਾਲ ਮਿਲਾਇਆ। ਐਡਾ ਹਾਲ ਸੀ ਜਿੱਥੇ ਅਸੀਂ ਖੜੇ ਸੀ, ਹਾਲ ਖਾਲੀ ਕਰਾਤਾ ਵੀ ਚਲੋ ਸਾਰੇ ਬਾਹਰ, ਚਲੋ ਖਾਲਸੇ ਆਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਬੜੀ ਜ਼ਰੂਰੀ ਗੱਲ ਹੈ, ਕੋਈ ਨਹੀਂ ਉੱਥੇ। ਜਿੰਨੇ ਸੀਗੇ ਨਾ ਗੈਸਟ ਵੀ, ਕੋਈ ਵੀ ਮਿਲਣ ਵਾਲਾ ਆਇਆ, ਸਾਰੇ ਖਾਲੀ। ਸਿਰਫ ਉੱਥੇ ਮੰਤਰੀ, ਐਮਐਲਏ ਜਾਂ ਅਸੀਂ ਸੀਗੇ, ਸਾਡੀ ਟੀਮ ਸੀਗੀ, ਜਥਾ ਸੀਗਾ ਸਾਡਾ। ਬੜੀ ਗੰਭੀਰਤਾ ਦੇ ਨਾਲ ਉਹਨਾਂ ਗੱਲ ਸੁਣੀ ਹੈ, ਬੜੀ ਗੰਭੀਰਤਾ ਨਾਲ ਗੱਲ ਸੁਣੀ ਹੈ। ਕੁਲਬੀਰ ਸਿੰਘ ਜੀਰਾ ਐਮਐਲਏ ਨਾਲ ਖੜੇ ਸੀ ਜਦੋਂ ਉਹਨਾਂ ਨੇ, ਅਸੀਂ ਆ ਮੈਮੋਰੈਂਡਮ ਦੀ ਉਦੋਂ ਦਿੱਤਾ ਉਹਨਾਂ ਨੂੰ। ਉਹਨਾਂ ਨੇ ਆਖਿਆ ਕਿ ਹਾਂ ਅਸੀਂ ਐਸੀ ਸਜ਼ਾ ਲਿਆਉਣਾ ਚਾਹੁੰਦੇ ਹਾਂ ਜਿਹੜੀ ਕਿ ਮੌਤ ਦੇ ਤੁੱਲ ਸਜ਼ਾ ਹੋਏ, ਸਖਤ ਸਜ਼ਾ ਲਿਆਉਣਾ ਚਾਹੁੰਦੇ ਬੇਅਦਬੀ ਵਾਲਿਆਂ ਵਾਸਤੇ। ਉਹ ਨਹੀਂ ਕੁਝ ਕਰ ਸਕੇ, ਇਹ ਵੱਖਰੀ ਗੱਲ ਹੈ, ਪਰ ਉਹਨਾਂ ਇੱਜ਼ਤ ਮਾਨ ਨਾਲ ਸਾਡੀ ਗੱਲ ਸੁਣੀ। ਉਦੋਂ ਬਾਅਦ ਫਿਰ ਗੱਲ ਪੂਰੀ ਕਿਸੇ ਹੀਲੇ ਵਸੀਲੇ ਨਹੀਂ ਲੱਗੀ। 1 ਨਵੰਬਰ ਨੂੰ ਅਸੀਂ ਫੇਰ ਗਏ ਰੰਧਾਵਾ ਸਾਹਿਬ ਕੋਲ। ਉਹ ਮੇਰੀਆਂ ਪੋਸਟਾਂ ਅੱਜ ਵੀ ਪਈਆਂ ਨੇ ਮੀਡੀਆ ਦੇ ਵਿੱਚ। ਜਦੋਂ ਅਸੀਂ ਉੱਥੇ ਪੰਜਾਬੀ ਡੇ 17 ਸੈਕਟਰ ਦੇ ਵਿੱਚ ਗੱਲਾਂ ਕੀਤੀਆਂ ਨੇ, ਅਸੀਂ ਕਿਸੇ ਦੇ ਕਹਿਣ ਤੇ ਨਹੀਂ ਕਰਦੇ ਪਏ, ਅਸੀਂ ਆਪਣੇ ਗੁਰੂ ਦੀ ਆਨ ਸ਼ਾਨ ਦੇ ਵਾਸਤੇ ਬੋਲਦੇ ਪਏ ਹਾਂ। ਅਸੀਂ ਐਸੇ ਤੇ ਲੱਗੇ ਹੋਏ ਹਾਂ। ਜਾਪੇ ਬਾਬਾ ਫੇਰ ਪਿਆ ਖਿੱਚਦਾ ਲਕੀਰੇ, ਟਹਿਲ ਸੇਵਾ ਲੱਗੂ ਅੱਜ ਮੁੜ ਬਣੀ ਭੀੜ।
ਅੱਜ ਸਕਰੋਲ ਟੀਵੀ ਦੇ ਰਾਹੀਂ ਇੱਕ ਗੱਲ ਮੈਂ ਤੁਹਾਡੇ ਸਾਰਿਆਂ ਤੱਕ ਪਹੁੰਚਾਉਣਾ ਚਾਹੁੰਦਾ। ਵੇਖੋ ਬਾਬਾ ਦੀਪ ਸਿੰਘ ਵਰਗੇ ਯੋਧੇ ਉਦੋਂ ਵੀ ਤਾਂ ਬੇਅਦਬੀ ਹੋਈ ਸੀ ਨਾ। ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਹੋ, ਕੀ ਹੋਇਆ ਸੀ ਉਦੋਂ? ਬਾਬਾ ਦੀਪ ਸਿੰਘ ਨੇ ਸੀਸ ਕਿਉਂ ਵਾਰਿਆ? ਕਿਉਂਕਿ ਦਰਬਾਰ ਸਾਹਿਬ ਦੀ ਬੇਅਦਬੀ ਹੋਈ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਸ ਵੇਲੇ ਵੀ, ਤੇ ਉਹਨਾਂ ਨੇ ਸੀਸ ਕੁਰਬਾਨ ਕਰ ਦਿੱਤਾ, ਲਕੀਰ ਖਿੱਚੀ ਸੀ ਤਰਨਤਾਰਨ ਸਾਹਿਬ ਦੀ ਜਗ੍ਹਾ ਦੇ ਉੱਤੇ। ਅੱਜ ਉਹੀ ਜਾਪ ਰਿਹਾ ਕਿ ਜਾਪੇ ਬਾਬਾ ਫੇਰ ਪਿਆ ਖਿੱਚਦਾ ਲਕੀਰੇ, ਟਹਿਲ ਸੇਵਾ ਲੱਗੋ, ਅੱਜ ਮੁੜ ਬਣੀ ਭੀੜ ਹੈ। ਇਹ ਜਿਹੜਾ ਸੁਨੇਹਾ ਪਹੁੰਚਾ ਦਿਓ ਮੇਰੇ ਵੀਰੋ, ਇਹ ਤੁਹਾਡੇ ਉੱਤੇ ਬਾਬਾ ਦੀਪ ਸਿੰਘ ਦੀ ਮਿਹਰ ਹੋਏਗੀ, ਗੁਰੂ ਗ੍ਰੰਥ ਸਾਹਿਬ ਦੀ ਮਿਹਰ ਹੋਏਗੀ। ਸਾਡੇ ਵੱਡੇ ਵਡੇਰੇ ਬੇਅਦਬੀ ਰੋਕਣ ਖਾਤਰ ਸੀਸ ਕੁਰਬਾਨ ਕਰ ਗਏ, ਕੀਤਾ। ਅਟਾਲਾ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਸ਼ਹੀਦਗੰਜ ਸਾਹਿਬ ਕਿੰਨੀ ਸੰਗਤ ਆਉਂਦੀ ਹੈ, ਕਿਉਂ ਆਉਂਦੀ ਹੈ? ਉਸ ਕੁਰਬਾਨੀ ਕਰਕੇ। ਤੇ ਕੀ ਅਸੀਂ ਗੁਰਾਂ ਦੀ ਆਨ ਸ਼ਾਨ ਦੇ ਲਈ ਇੱਕ ਘੜੀ, ਦੇਖੋ ਅਸੀਂ 3 ਫਾਰਮੂਲੇ ਦੇ ਰਹੇ ਹਾਂ ਸੰਗਤ ਨੂੰ, ਚਾਹੇ ਇੱਕ ਪਰਿਵਾਰ 1 ਦਿਨ ਲਾ ਲਓ, ਚਾਹੇ 2-2 ਘੰਟੇ ਦੀ ਸੇਵਾ ਲਾ ਲਓ, ਤੇ ਜੇ 2 ਘੰਟੇ ਵੀ ਇਕੱਠੇ ਨਹੀਂ ਕੱਢ ਸਕਦੇ, 1 ਘੜੀ ਦੀ ਸੇਵਾ ਲਾ ਲਓ। 24 ਮਿੰਟਸ ਓਨਲੀ। ਜੇ ਤੁਸੀਂ 24 ਮਿੰਟਸ ਵਾਰੀ ਸਿਰ ਲੜੀਵਾਰ ਆਪਣੀ ਡਿਊਟੀਆਂ ਇਦਾਂ ਦੀਆਂ ਵੰਡ ਲਓਗੇ ਤੇ ਬੇਅਦਬੀਆਂ ਰੁਕ ਸਕਦੀਆਂ ਜੇ। ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਚੜਾ ਲਓ, ਭਾਵੇਂ ਸਹਿਜ ਪਾਠ ਕਰ ਲਓ, ਸੁਖਮਨੀ ਸਾਹਿਬ ਕਰ ਲਓ, ਜਪਜੀ ਸਾਹਿਬ ਕਰ ਲਓ, ਜਾਪ ਸਾਹਿਬ ਕਰ ਲਓ, ਕੁਝ ਕਰ ਲਓ, ਸਿਮਰਨ ਕਰ ਲਓ, ਪਰ ਗੁਰੂ ਦਾ ਦਰਬਾਰ ਸੁਣਨਾ ਨਾ ਛੱਡਿਓ। ਇਹ ਬੇਅਦਬੀਆਂ ਹੋ ਰਹੀਆਂ ਜੇ, ਇਹ ਜਿਹੜਾ ਦੁਸ਼ਮਣ ਹੈ ਨਾ ਸਾਡਾ, ਇਹ ਸਾਨੂੰ ਦੁਸ਼ਮਣ ਲਫ਼ਜ਼ ਵਰਤਣਾ ਪੈ ਰਿਹਾ। ਅਸੀਂ ਦੁਸ਼ਮਣ ਬਣਾਉਂਦੇ ਨਹੀਂ, ਪਰ ਜਿਹੜੇ ਬਣ ਗਏ ਨੇ ਹੁਣ ਉਹਨਾਂ ਦਾ ਕੀ ਕਰੀਏ? ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਇਹ ਸਾਡੇ ਗੁਰੂ ਸਾਹਿਬ ਦਾ ਸੰਦੇਸ਼ ਹੈ। ਅਸੀਂ ਤਾਂ ਸਾਰਿਆਂ ਨੂੰ ਸੱਜਣ ਬਣਾਉਣਾ ਚਾਹੁੰਦੇ, ਪਰ ਜੇ ਕੋਈ ਦੁਸ਼ਮਣੀ ਕਰਦਾ ਤੇ ਫਿਰ ਉਹਨੂੰ ਡੱਕਣਾ ਗੁਰੂ ਦੇ ਸਿੱਖ ਦਾ ਫਰਜ਼ ਹੈ। ਸਾਨੂੰ ਗੁਰੂ ਸਾਹਿਬ ਜੀ ਨੇ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਅਸੀਂ ਇੱਕ ਸ਼੍ਰੀ ਸਾਹਿਬ ਤੇ ਇੱਕ ਸਿਮਰਨਾ ਭੇਟ ਕਰਦੇ ਹਾਂ ਗੁਰੂ ਘਰਾਂ ਦੇ ਵਿੱਚ ਜਾ ਕੇ, ਤੇ ਸੇਵਾ ਲੱਗੀ ਹੋਈ ਹੈ ਤੇ ਗਾਂ ਵੀ ਲੱਗਦੀ ਪਈ ਹੈ। ਸੋ ਦੋਨੋਂ ਐਂਗਲ ਤੋਂ ਇਸ ਚੀਜ਼ ਨੂੰ ਲੈ ਕੇ ਚੱਲਿਓ। ਮੈਂ ਧੰਨਵਾਦੀ ਹਾਂ ਸਕਰੋਲ ਟੀਵੀ ਦੀ ਸਾਰੀ ਟੀਮ ਦਾ, ਪ੍ਰਵੀਨ ਜੀ ਦਾ, ਜਿਨ੍ਹਾਂ ਨੇ ਬੜਾ ਹੀ ਇੱਕ ਅੱਛਾ ਮੌਕਾ ਸਾਨੂੰ ਦਿੱਤਾ ਹੈ। ਅੱਜ ਸਾਡੇ ਵੀਰ ਸਤਵਿੰਦਰ ਮਨਜਿੰਦਰ ਮਵੀ ਜੀ, ਇਹ ਵੀ ਆਏ ਨੇ ਅੱਜ ਸਾਡੇ ਕੋਲ ਆਪਣੀ ਟੀਮ ਲੈ ਕੇ। ਗੱਲ ਇਹ ਹੈ ਕਿ ਘਰ ਤੱਕ ਇਹ ਗੱਲ ਪਹੁੰਚਾ ਦਿਓ। ਆਉਂਦੇ ਸਮੇਂ ਦੇ ਵਿੱਚ ਬਹੁਤ ਜਲਦੀ ਸਰਕਾਰਾਂ ਨੂੰ ਦੱਸਾਂਗੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਕੌਣ ਨੇ। ਅੱਜ ਤਾਂ ਸ਼ਾਇਦ ਉਹਨਾਂ ਨੂੰ ਲੱਗਦਾ ਕਿ 10-12 ਭੱਜੇ ਫਿਰਦੇ ਆ। ਇਹ ਤਾਂ ਕੱਲਾ ਨਹੀਂ ਮਾਣ ਹੁੰਦਾ, ਉਹ ਸਿੱਖ ਤਾਂ ਕੱਲਾ ਨਹੀਂ ਮਾਣ ਹੁੰਦਾ। ਉਹ 2 ਸਿੱਖਾਂ ਨੇ ਖਾਲਸਾ ਰਾਜ ਲਾਤਾ ਸੀ। ਜਿਹੜੀ ਜਗ੍ਹਾ ਤੇ ਸਾਡੇ ਸਮਾਗਮ ਹੋ ਰਹੇ ਨੇ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜੀ, ਉਹ ਜ਼ਕਰੀਆ ਖਾਨ ਵੀ ਕਹਿੰਦਾ ਸੀ ਸਿੱਖ ਖਤਮ ਕਰਤੇ ਮੈਂ। ਉਹ ਕਹਿੰਦੇ ਤੂੰ ਸਿੱਖ ਖਤਮ ਕਰਨ ਦੀ ਗੱਲ ਕਰਦਾ? ਇੱਥੇ ਤਾਂ ਖਾਲਸਾ ਰਾਜ ਲੱਗ ਗਿਆ ਹੈ। ਆਨਾ ਲਾਇਆ ਗੱਡੇ, ਟਕਾ ਲਾਇਆ ਖੋਤਾ। ਉੱਥੇ ਖਾਲਸੇ ਨੇ ਟੈਕਸ ਲਾਤਾ ਸੀ। 2 ਸਿੰਘਾਂ ਨੇ 12 ਦਿਨ ਖਾਲਸਾ ਰਾਜ ਰੱਖਿਆ। ਬਾਕੀ ਤੁਹਾਨੂੰ ਪਤਾ ਹੈ, ਤੁਸੀਂ ਪਹਿਲਾਂ ਬੋਲਦੇ ਰਹੇ, ਬਹੁਤੀਆਂ ਗੱਲਾਂ ਮੈਂ ਕੀ ਕਰਾਂ। ਮਾਨ ਸਾਹਿਬ ਤੁਸੀਂ ਵੀ ਬੋਲਦੇ ਰਹੇ ਹੋ, ਕੇਜਰੀਵਾਲ ਸਾਹਿਬ ਤੁਸੀਂ ਵੀ ਬੋਲਦੇ ਰਹੇ ਹੋ, ਤੁਹਾਨੂੰ ਪਤਾ ਹੈ ਸਾਰਾ ਕੁਝ। ਇਹ ਭੁੱਲਦੇ ਨਹੀਂ ਤੇ ਨਾ ਅਸੀਂ ਭੁੱਲੇ ਆ। ਅਸੀਂ ਮੂੰਹ ਵੱਲ ਵੇਖਦੇ ਸੀ। ਜਿਹੜੇ ਪਹਿਲਾਂ ਮੈਨੂੰ ਕਈ ਕਹਿ ਰਹੇ ਸੀ ਵੀ ਉਹ ਕੈਪਟਨ ਵੇਲੇ ਨਹੀਂ ਤੁਸੀਂ ਬੋਲੇ, ਤੁਸੀਂ ਬਾਦਲ ਵੇਲੇ ਨਹੀਂ ਬੋਲੇ, ਉਦੋਂ ਵੀ ਬੜਾ ਕੁਝ ਬੋਲੇ, ਉਦੋਂ ਵੀ ਬਹੁਤ ਕੁਝ ਕਿਹਾ। ਜੇ ਉਹਨਾਂ ਨੇ ਨਹੀਂ ਸੁਣਿਆ ਤੇ ਅੱਜ ਉਹਨਾਂ ਦਾ ਕੀ ਹੈ, ਕਿੱਥੇ ਨੇ? ਅੱਜ ਤਾਂ ਮੈਂ ਪਤਾ ਲੱਗ ਹੀ ਗਿਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਹੀਂ, ਉਹ ਪੰਜਾਬ ਦਾ ਨਹੀਂ ਹੋ ਸਕਦਾ। ਇਹ ਪੰਜਾਬੀਆਂ ਦੀ ਇੱਕ ਪੱਕੀ ਧਾਰਨਾ ਜੇ। ਤੇ ਹੁਣ ਜੇ ਪੰਜਾਬੀਆਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ, ਵਿਸ਼ਵਾਸਘਾਤ ਨਾ ਕਰੋ। ਮਾਨ ਸਾਹਿਬ, ਕੇਜਰੀਵਾਲ ਸਾਹਿਬ, ਵਿਸ਼ਵਾਸਘਾਤ ਨਾ ਕਰੋ। ਕਈ ਕਹਿੰਦੇ ਨੇ ਕਿ ਅਜੇ 3 ਮਹੀਨੇ ਹੋਏ। ਭਾਈ ਇਹ ਪਹਿਲੇ ਦਿਨ ਕਿਉਂ ਨਹੀਂ ਹੋ ਗਿਆ? ਇਹਦੇ ਲਈ ਕੋਈ ਬਜਟ ਚਾਹੀਦਾ ਮਨਜਿੰਦਰ ਜੀ, ਕੋਈ ਬਜਟ ਚਾਹੀਦਾ ਇਹਦੇ ਵਾਸਤੇ। 295 ਧਾਰਾ ਨੂੰ ਸਖਤ ਕਰਨ ਲਈ ਕੋਈ ਬਜਟ ਚਾਹੀਦਾ। ਕੋਈ ਕਿੰਨੇ ਅਰਬ ਬਜਟ ਚਾਹੀਦਾ? ਇਹ ਲੱਗਦਾ ਕਿ 3 ਮਹੀਨਿਆਂ ਦੇ ਵਿੱਚ ਬੇਅਦਬੀਆਂ ਘਟੀਆਂ ਨਹੀਂ, ਸਗੋਂ ਵਧੀਆਂ ਵਾ। ਇਹ ਆਮ ਸਰਕਾਰ ਨਹੀਂ, ਇਹ ਦੇਖੋ ਬੇਅਦਬੀਆਂ ਹੋ ਰਹੀਆਂ ਨੇ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਜ਼ਦੀਕ ਬੇਅਦਬੀ ਹੋ ਗਈ, ਫਿਰ ਪੱਖੇ ਤੇ ਇਲਜ਼ਾਮ ਆ ਗਿਆ ਹੈ। ਇੱਥੇ ਆਪਣੇ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਦੇ ਘਰ ਤੋਂ ਮਹਿਜ਼ 10 ਕਿਲੋਮੀਟਰ ਤੇ ਧਰਮਕੋਟ ਬੇਅਦਬੀ ਹੋਈ ਹੈ। ਛੁਰੇ ਮਾਰੇ ਗਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਸੰਗਤ ਜੀ, ਇੱਕ ਅੱਜ ਬੇਨਤੀ ਕਰਦਾ, ਇਹ ਗੁਰੂ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ, ਗੁਰੂ ਅਰਜਨ ਸਾਹਿਬ ਨੂੰ ਕਿੰਨੀ ਵਾਰੀ ਤੱਤੀ ਤਵੀ ਤੇ ਬਾਉਣਾ ਹੈ ਆਪਾਂ? ਕਿੰਨੀ ਵਾਰੀ ਆਪਾਂ ਤੱਤੀ ਤਵੀ ਤੇ ਬਾਉਣਾ? ਕੀ ਉਹ ਸੇਕ ਗੁਰੂ ਅਰਜਨ ਸਾਹਿਬ ਨੂੰ ਨਹੀਂ ਲੱਗਾ ਹੋਏਗਾ? ਜਿਹੜਾ ਦਮਦਮਾ ਸਾਹਿਬ ਦੇ ਲਾਗੇ ਜਿਹੜੀ ਘਟਨਾ ਵਾਪਰੀ, ਕੀ ਉਹ ਅੱਗ ਦਾ ਸੇਕ ਗੁਰੂ ਅਰਜਨ ਸਾਹਿਬ ਨੂੰ ਨਹੀਂ ਲੱਗਾ? ਤੇ ਜਿਹੜੇ ਛੁਰੇ ਮਾਰੇ ਨੇ ਧਰਮਕੋਟ ਦੇ ਵਿੱਚ, ਇੱਕ ਵਾਰੀ ਖੰਜਰ ਵੱਜਾ ਸੀ ਗੁਰੂ ਕਲਗੀਧਰ ਪਾਤਸ਼ਾਹ ਦੇ ਨੰਦੇੜ ਸਾਹਿਬ ਦੀ ਧਰਤੀ ਤੇ। ਅੱਜ ਅਸੀਂ ਕਿੰਨੇ ਖੰਜਰ ਹੋਰ ਮਰਵਾਉਣੇ ਆ? ਇਹ ਸਿੱਖੋ, ਇਹ ਮੇਰੇ ਭਰਾਵੋ, ਮੇਰੀਓ ਭੈਣੋ, ਮੇਰੇ ਬਜ਼ੁਰਗੋ, ਮੇਰੇ ਬੱਚਿਓ, ਇਹ ਆਪਾਂ ਸੋਚਣਾ ਹੈ। ਆਪਾਂ ਕਦੋਂ ਜਾਗਣਾ ਹੈ?
ਅਸੀਂ 250 ਦਾ ਦੁੱਖ ਆਪਣੇ ਦਿਮਾਗ ਤੇ ਲੈ ਕੇ ਤੁਰ ਪਏ ਸੀ। ਉਹ 18 ਅਕਤੂਬਰ ਨੂੰ 18 ਅਕਤੂਬਰ ਦਾ ਸਿੰਘ ਸਾਹਿਬ ਦਾ ਹੀ ਬਿਆਨ ਆਇਆ ਸੀ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ, ਕਹਿੰਦੇ 400 ਤੋਂ ਵੱਧ ਵਾਰ ਬੇਅਦਬੀਆਂ ਹੋ ਚੁੱਕੀਆਂ ਪੰਜਾਬ 'ਚ। ਤੇ ਹੁਣ ਆਹ ਜਿਹੜਾ ਡਾਟਾ ਇਹ ਕਿੱਥੇ ਲੈ ਕੇ ਜਾਵਾਂਗੇ? ਅਸੀਂ ਕਦੋਂ ਜਾਗਣਾ ਮੇਰੇ ਭਰਾਵੋ, ਮੇਰੇ ਬੱਚਿਓ? ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਆ ਪਿਛਲੇ ਦਿਨਾਂ ਤੋਂ ਜਦੋਂ ਤੋਂ ਇਹ ਗੱਲ ਕਰਦੇ ਪਏ ਆ ਨਾ, ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਨਾਲ ਤੁਰੇ ਨੇ। ਉਹ ਕਹਿੰਦੇ ਵੀ ਹਾਂ ਭਾਈ ਸਾਹਿਬ ਤੁਸੀਂ ਗੱਲ ਠੀਕ ਕਰਦੇ ਹੋ, ਇਹ ਗੁਰੂ ਦੀ ਗੱਲ ਹੈ, ਇਹ ਮੈਂ ਕੋਈ ਟਿਊਬਵੈਲ ਦਾ ਕਨੈਕਸ਼ਨ ਲੈਣ ਨਹੀਂ ਜਾਣਾ ਮਾਨ ਸਾਹਿਬ ਤੁਹਾਡੀ ਕੋਠੀ। ਮੈਂ ਤੁਹਾਨੂੰ ਦੱਸਿਆ ਕਿਹਨੂੰ ਕਿਹਨੂੰ ਮਿਲਿਆ ਮੈਂ? ਸ਼ਹਿਰੀ ਕਲਸੀ MLA, ਕੁਲਦੀਪ ਸਿੰਘ ਧਾਲੀਵਾਲ ਮੰਤਰੀ, ਮੋਸਟ ਐਕਟਿਵ ਮੰਤਰੀ ਪੰਜਾਬ ਦੇ, ਹਨਾ। ਉਸ ਤੋਂ ਬਾਅਦ ਦਿਨੇਸ਼ ਚੱਡਾ ਜੀ ਰੋਪੜ ਦੇ MLA, ਹਾਂਜੀ। ਉਸ ਤੋਂ ਬਾਅਦ ਮੈਂ ਗਿਆ, ਕਿਸੇ ਨੇ ਸਾਨੂੰ ਜਵਾਬ ਨਹੀਂ ਦਿੱਤਾ, ਟਾਈਮ ਲੈ ਕੇ ਨਹੀਂ ਦਿੱਤਾ। ਮੈਂ ਗੱਲ ਕਰਾਂਗਾ ਬਹੁਤ ਲੰਮੀ ਹੋ ਜਾਣੀ ਆ, ਉਹ ਮੀਡੀਆ ਤੇ ਖੈਰ ਥੋੜੀ ਪਹਿਲਾਂ ਆ ਗਈ। ਉਸ ਤੋਂ ਬਾਅਦ ਬਰਾੜ ਸਾਹਿਬ ਇਹਨਾਂ ਦੀ ਰੈਜ਼ੀਡੈਂਸ ਤੇ ਗਏ ਅਸੀਂ। ਬਰਾੜ ਸਾਹਿਬ ਇਹਨਾਂ ਦੇ PCS ਅਫਸਰ ਨੇ OSD, ਉਹਨਾਂ ਨੂੰ ਮਿਲੇ ਆ 2 ਤਰੀਕ ਨੂੰ, ਉਹਨਾਂ ਨੂੰ ਮਿਲੇ ਆ। ਤੇ ਉਸ ਤੋਂ ਬਾਅਦ ਉੱਥੋਂ ਵੀ ਕੋਈ ਗੱਲ ਕਿਸੇ ਬੰਨੇ ਨਹੀਂ ਲੱਗੀ। ਅਸੀਂ 17 ਤਰੀਕ ਨੂੰ ਸੁਨਾਮ ਗਏ ਆ ਚੋਣਾਂ ਦੇ ਦੌਰਾਨ। ਅਸੀਂ ਇਹ ਨਹੀਂ ਵੀ ਅਸੀਂ ਇਹਨਾਂ ਦੇ ਵਿਰੋਧੀ ਆ। ਮੈਂ ਉਹ ਮੇਰੀਆਂ ਪੋਸਟਾਂ ਦੇਖ ਲਓ, ਮੇਰੇ Facebook ID ਤੇ ਦੇਖ ਲਓ, ਅਸੀਂ ਤਾਂ 10 ਸਾਲਾਂ ਤੋਂ ਇਹਨਾਂ ਦੀ ਕਿਤੇ ਨਾ ਕਿਤੇ ਚਾਹੁੰਦੇ ਸੀ ਵੀ ਆ ਜਾਣ। ਸੁਨਾਮ ਗਏ ਆ, ਅਮਨ ਅਰੋੜਾ ਜੀ ਨੂੰ ਮਿਲੇ ਆ, ਹਾਂ। ਧਰਮਕੋਟ ਤੋਂ MLA ਉੱਥੇ ਆਏ ਹੋਏ ਸੀਗੇ, ਉਹਨਾਂ ਨੂੰ ਮਿਲੇ ਆ। ਦਵਿੰਦਰਜੀਤ ਸਿੰਘ, ਉਹਨਾਂ ਨੂੰ ਮਿਲੇ ਆ। ਫਿਰ ਉਹਨਾਂ ਨੇ ਸਾਨੂੰ ਇਹਨਾਂ ਦੇ OSD ਸਾਹਿਬ ਨਾਲ ਮਿਲਾਇਆ। ਅਸੀਂ ਇੱਕ ਮੈਮੋਰੈਂਡਮ ਇਹਦੀ ਕਾਪੀ ਦਿੱਤੀ ਆ OSD ਸਾਹਿਬ ਨੂੰ। ਉਹਨਾਂ ਨੇ ਖੁਦ ਮੇਰੇ ਫੋਨ ਦੇ ਉੱਤੇ ਆਪਣਾ ਨੰਬਰ ਡਾਇਲ ਕੀਤਾ ਵੀ ਹੁਣ ਬੜਾ ਸ਼ੋਰ ਜਿਹਾ ਤੇ ਆਪਾਂ ਬਾਅਦ 'ਚ ਗੱਲ ਕਰਾਂਗੇ। ਇਹ ਗੱਲ 17 ਤਰੀਕ ਦੀ ਹੈ। ਅੱਜ ਵੇਖ ਲਓ ਕਿਹੜੀ ਤਰੀਕ ਹੋ ਗਈ, 10 ਦਿਨਾਂ ਤੋਂ ਉੱਤੇ ਸਮਾਂ ਹੋ ਗਿਆ। ਅਸੀਂ ਮੇਰੇ ਖਿਆਲ 15 ਫੋਨ ਕਰ ਲਏ, ਕੋਈ ਨਹੀਂ ਚੁੱਕਦਾ, ਨਾ ਕੋਈ ਬੈਕ ਕਾਲ ਆਉਂਦੀ ਹੈ। ਤੇ ਅਸੀਂ ਫਿਰ ਵੀ ਨਹੀਂ, ਮਤਲਬ ਢੀਠ ਜਿੱਦਾਂ ਸਿਰ ਡਾਈ ਜਾਂਦਾ, ਡਾਈ ਜਾਣਾ ਹੈ। ਅਸੀਂ ਛੱਡਣਾ ਨਹੀਂ ਇਹਨਾਂ ਨੂੰ, ਇਹ ਸਾਡੇ ਉੱਪਰੇ ਨਹੀਂ ਗਏ। ਪਰ ਜੇ ਇਹ ਢਿੱਲੇ ਪਏ ਤੇ ਅਸੀਂ ਕੱਸਾਂਗੇ, ਅਸੀਂ ਕੱਸਣਾ ਹੁਣ ਇਹਨਾਂ ਨੂੰ। ਅਸੀਂ ਟਾਈਮ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਗਏ ਆ, ਟਾਈਮ ਲੈ ਕੇ ਗਏ ਆ। ਆਪਣਾ ਹਰਜੋਤ ਸਿੰਘ ਬੈਂਸ ਅੰਮ੍ਰਿਤਧਾਰੀ ਉੱਥੋਂ ਦੇ ਮੰਤਰੀ ਨੇ, ਉੱਥੋਂ MLA ਨੇ ਸ਼੍ਰੀ ਅਨੰਦਪੁਰ, ਟਾਈਮ ਲੈ ਕੇ ਗਏ ਆ। ਉਹ ਕਹਿੰਦੇ ਜੀ ਅੱਜ ਅਸੀਂ ਮਿਲਣਾ ਹੀ ਨਹੀਂ। ਅੱਧਾ ਘੰਟਾ ਪਹਿਲਾਂ ਸਾਨੂੰ ਕਿਹਾ ਵੀ ਇੱਥੇ ਆ ਜਾਓ ਆਪਾਂ ਗੱਲ ਕਰਦੇ ਹਾਂ। ਬਾਅਦ 'ਚ ਆ ਗਿਆ ਜੀ ਅੱਜ ਦੇ ਸਾਰੇ ਪ੍ਰੋਗਰਾਮ ਕੈਂਸਲ ਹੈ, ਫੀਲਡ 'ਚ ਨਹੀਂ ਆ ਰਹੇ ਮੰਤਰੀ ਸਾਹਿਬ। ਅਸੀਂ ਆਖਿਆ ਮੈਂ ਜੀ ਕਰੂੰਗਾ। ਇਹ ਲੱਗਦਾ ਕਿ ਬੇਅਦਬੀ ਦੇ ਮੁੱਦੇ ਨੂੰ ਸਮਝ 'ਚ ਕੁਛ ਨਹੀਂ ਰਹੇ ਮਾਨ ਸਾਹਿਬ, ਕਿ ਜਿਹੜੇ ਤੁਸੀਂ ਇੰਨੇ ਸਾਰੇ ਇੱਕ ਵਿਧਾਇਕ ਨੂੰ ਮਿਲ ਰਹੇ ਹੋ। ਲੱਗਦਾ ਕਿ ਇੱਕ ਸਿੱਖ ਪਰਿਵਾਰ 'ਚ ਵੀ ਹੈਗੇ ਮਾਨ ਸਾਹਿਬ। ਜਦੋਂ ਉਹਨਾਂ ਨੇ ਕੁਰਸੀ ਤੇ ਬਹਿਣਾ ਸੀ, ਜਦੋਂ ਇਲੈਕਸ਼ਨ ਲੜਨੇ ਸੀ, ਬੇਅਦਬੀ ਦਾ ਮੁੱਦੇ ਦੇ ਉੱਪਰ ਚਰਚਾ ਕਰਦੇ ਰਹੇ। ਹਰ ਇੱਕ ਮਹੱਲੇ ਦੇ ਵਿੱਚ, ਹਰ ਇੱਕ ਬਾਜ਼ਾਰ ਦੇ ਵਿੱਚ ਜਾ ਕੇ ਕਹਿੰਦੇ ਕਿ ਬੇਅਦਬੀ ਦਾ ਮੁੱਦਾ ਸਭ ਤੋਂ ਪਹਿਲਾਂ ਹੱਲ ਕੀਤਾ ਜਾਏ। ਤੇ ਅੱਜ ਮਾਨ ਸਾਹਿਬ ਨੂੰ ਕੀ ਹੋ ਗਿਆ? ਇਹੀ ਤਾਂ ਸਮਝ ਤੋਂ ਬਾਹਰ ਦੀ ਗੱਲ ਆ ਵੀ ਅੱਜ ਕੀ ਹੋ ਗਿਆ। ਇਹ ਸਵਾਲ ਅਸੀਂ ਵੀ ਮਾਨ ਸਾਹਿਬ ਤੁਹਾਨੂੰ ਪੁੱਛਦੇ ਹਾਂ। ਸਾਨੂੰ ਤੁਹਾਡੇ ਤੇ ਬੜਾ ਮਾਣ ਸੀ, ਤੁਸੀਂ ਸਾਡਾ ਉਹ ਮਾਣ ਤੋੜਿਆ। ਮੈਂ ਇਕੱਲਾ ਨਹੀਂ, ਬਹੁਤ ਸਾਰੇ ਗੁਰਸਿੱਖਾਂ ਨੇ, ਅੰਮ੍ਰਿਤਧਾਰੀ ਸਿੱਖਾਂ ਨੇ, ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰ, ਬਹੁਤ ਸਾਰੀ ਵੋਟਿੰਗ ਤੁਹਾਨੂੰ ਬੇਅਦਬੀ ਦੇ ਨਾਂ ਤੇ ਹੋਈ ਹੈ। ਕਿਉਂਕਿ ਪਹਿਲਾਂ ਤੋਂ ਦੁਖੀ ਸੀ, ਪੰਜਾਬੀ ਦੁਖੀ ਸਨ ਕਿ ਕੋਈ ਗੋਲੀਆਂ ਮਾਰ ਦਿੰਦਾ, ਅਣਪਛਾਤੀ ਪੁਲਿਸ ਹੋ ਗਈ, ਕੋਈ ਕੁਝ ਕਰ ਦਿੰਦਾ, ਸ਼ਾਂਤਮਈ ਬੈਠਿਆਂ ਦੇ ਉੱਤੇ ਲਾਠੀ ਚਾਰਜ ਹੋ ਜਾਂਦੇ ਨੇ, ਆਹ ਹੋ ਜਾਂਦਾ, ਉਹ ਹੋ ਜਾਂਦਾ, ਸਿੱਟਾਂ ਬਹਿਣਦੀਆਂ ਨੇ। ਉਸੇ ਉਹ ਬਿਆਨ ਤੁਸੀਂ ਦਿਖਾਇਓ, ਮੈਂ ਤੁਹਾਨੂੰ ਉਹਦੀ ਕਾਪੀ ਦੇਵਾਂਗਾ। ਉਹ ਬਿਆਨ ਦਿਖਾਇਓ, ਕਹਿੰਦੇ ਸਿੱਟਾਂ ਬੈਠਦੀਆਂ ਨੇ, ਕੁਛ ਸਿੱਟਾ ਨਹੀਂ ਨਿਕਲਦਾ। ਭਾਈ ਅੱਜ ਤੁਸੀਂ ਕੁਝ ਵੀ ਨਹੀਂ ਕਰਦੇ ਪਏ, ਕੁਝ ਤਾਂ ਕਰ ਲਓ। ਉਹ ਰਿਪੋਰਟਾਂ ਤੁਹਾਡੇ ਕੋਲ ਹੀ ਪਈਆਂ ਨੇ, ਹੁਣ ਤਾਂ ਕਿਸੇ ਹੋਰ ਕੋਲ ਨਹੀਂ ਲੈਣ ਜਾਣਾ। 92 ਤਾਂ ਬਣਾਤੇ ਤੁਹਾਡੇ ਕੋਲ ਟੋਟਲ, ਤੁਸੀਂ ਕੁਝ ਵੀ ਕਰ ਸਕਦੇ ਹੋ ਪੰਜਾਬ ਦੇ ਸੰਬੰਧ 'ਚ। ਕੋਈ ਵੀ ਭਲੇ ਦਾ ਡਿਸੀਜ਼ਨ ਤੁਸੀਂ ਲੈ ਸਕਦੇ ਹੋ। ਹੁਣ ਲੈਂਦੇ ਕਿਉਂ ਨਹੀਂ? ਵੇਖੋ ਇਹ ਸਵਾਲ ਤਾਂ ਹੁਣ ਮੈਂ ਕੀ ਜਵਾਬ ਦੇਵਾਂ ਕਿ ਕਿਉਂ ਮੁੱਕਰ ਗਏ ਹੋ ਤੁਸੀਂ? ਕੇਜਰੀਵਾਲ ਸਾਹਿਬ, ਕਿਉਂ ਤੁਹਾਡਾ ਧਿਆਨ ਨਹੀਂ ਗਿਆ? ਇੱਕ ਗੱਲ ਮੈਂ ਹੋਰ ਇੱਥੇ ਕੋਟ ਕਰਨਾ ਚਾਹਾਂਗਾ। ਜਿਹੜਾ ਅਸੀਂ ਮੈਮੋਰੈਂਡਮ ਦਿੱਤਾ ਸੀ CM ਚੰਨੀ ਸਾਹਿਬ ਨੂੰ, ਉਹਦਾ ਸਾਨੂੰ ਰਿਪਲਾਈ ਆਇਆ ਸੀ। ਸਾਨੂੰ CM ਹਾਊਸ ਤੋਂ ਰਿਪਲਾਈ ਆਇਆ ਸੀ ਕਿ ਤੁਸੀਂ ਕੋਈ ਫਰਦਰ ਗੱਲਬਾਤ ਹੈ DGP ਆਫਿਸ ਨਾਲ ਕਰ ਲਓ ਜਾ ਕੇ। ਚਲੋ ਸਾਨੂੰ ਪਤਾ ਤਾਂ ਲੱਗਾ ਸਾਡਾ ਮੈਮੋਰੈਂਡਮ ਕਿੱਥੇ ਗਿਆ। ਨਾ ਮੈਨੂੰ ਆਮ ਆਦਮੀ ਦੇ ਦਫ਼ਤਰ ਤੋਂ ਕੋਈ ਰਿਪਲਾਈ ਆਈ ਜੇ 24 ਦਸੰਬਰ ਦੀ ਗੱਲ ਹੈ, ਤੇ ਨਾ ਕਿਤੇ CM ਆਫਿਸ ਤੋਂ। ਤਾਂ ਉਹ ਤਾਂ ਅਸੀਂ ਕੋਸ਼ਿਸ਼ ਕਰਨ ਰਹੇ ਹਾਂ। ਉਸ ਤੋਂ ਬਾਅਦ ਅਸੀਂ ਮੈਮੋਰੈਂਡਮ ਦੀਆਂ 3 ਕਾਪੀਆਂ ਦੇ ਚੁੱਕੇ ਹਾਂ। ਧਾਲੀਵਾਲ ਸਾਹਿਬ ਕੋਲ ਇੱਕ ਸਾਡੇ ਮੈਮੋਰੈਂਡਮ ਦੀ ਕਾਪੀ ਪਈ ਹੈ, ਬਰਾੜ ਸਾਹਿਬ ਕੋਲ CM ਹਾਊਸ ਦੇ ਵਿੱਚ ਕਾਪੀ ਪਈ ਹੈ, ਉਹਨਾਂ ਦੇ PA ਸਾਹਿਬ ਕੋਲ ਜਿਹੜੇ ਪਰਸਨਲ ਨੇ ਉਹਨਾਂ ਦੇ ਨਾਲ ਰਹਿਣ ਵਾਲੇ, ਉਹਨਾਂ ਕੋਲੇ ਕਾਪੀ ਪਈ ਹੈ। ਤੇ ਭਾਈ ਹੁਣ ਅਜੇ ਕੀ ਕਸਰ ਕੀ ਹੈ? ਕਿਹੜੀ ਚੀਜ਼ ਡੀਕਦੇ? ਮੈਨੂੰ ਤਾਂ ਲੱਗਦਾ ਸਾਏ ਸੂਏ ਦੇ ਚੱਕਰ 'ਚ ਤਾਂ ਨਹੀਂ ਪੈ ਗਏ। ਵੈਸੇ ਤਾਂ ਮੈਨੂੰ ਪਤਾ ਹੈ ਕਿ ਸਾਏ ਸੂਏ ਉੱਦਾਂ ਦੇ ਨਹੀਂ ਗਏ,
ਪਰ ਕੀ ਡੀਕਦੇ ਪਏ ਹੋ? ਹੈਂ? ਇਹ ਲੱਗਦਾ ਕਿ ਇਹ ਪਾਰਟੀ ਜੋ ਰਵਾਇਤੀ ਪਾਰਟੀ ਕਹਿੰਦੇ ਕਿ ਇਹ ਪਾਰਟੀ ਦਿੱਲੀ ਤੋਂ ਕੰਟਰੋਲ ਹੁੰਦੀ ਆ, ਕੇਜਰੀਵਾਲ ਦੇ ਹੱਥ 'ਚ ਰਿਮੋਟ ਆ, ਲੱਗਦਾ ਕਿ ਫਿਰ ਰਿਮੋਟ ਤੇ ਚੱਲ ਰਿਹਾ ਭਗਵੰਤ ਮਾਨ। ਦੇਖੋ ਜੀ, ਹੁਣ ਲੱਗਣ ਨੂੰ ਤਾਂ ਕੁਝ ਵੀ ਲੱਗ ਸਕਦਾ ਹੈ ਨਾ। ਆਫਟਰ ਆਲ ਕੀ ਪ੍ਰੋਬਲਮ ਆ ਗਈ? ਕਿੰਨੇ ਪਿੱਛੋਂ ਇਹਨਾਂ ਨੂੰ ਟਾਈਟ ਕਰਤਾ ਜਾਂ ਸਵਿਚ ਆਫ ਕਰਤਾ, ਬੇਅਦਬੀ ਤੇ ਨਹੀਂ ਬੋਲਣਾ। ਮੰਤਰੀ ਤਾਂ ਦੂਸਰੇ, ਉਹਨਾਂ ਦੀ ਮੰਤਰੀ ਸਾਹਿਬ ਦੀ ਤੁਹਾਨੂੰ ਗੱਲ ਦੱਸਾਂ, ਉਹ ਕਹਿੰਦੇ ਸਾਡੀ ਫੋਨ ਤੇ ਨਹੀਂ ਗੱਲ ਹੁੰਦੀ। ਮੋਸਟ ਐਕਟਿਵ ਮੰਤਰੀ ਪੰਜਾਬ ਦੇ ਧਾਲੀਵਾਲ ਸਾਹਿਬ ਦੀ ਮੇਰੇ ਕੋਲ ਰਿਕਾਰਡਿੰਗ ਆ। ਅਸੀਂ ਤਾਂ ਇਸ ਲਈ ਰਿਕਾਰਡਿੰਗ ਕੀਤੀ ਸੀ ਵੀ ਅਸੀਂ ਇਹਨਾਂ ਦੀ ਕਿਸੇ ਵੇਲੇ ਜੈ ਜੈਕਾਰ ਕਰਾਂਗੇ ਵੀ ਵੇਖੋ ਮੰਤਰੀ ਸਾਹਿਬ ਨੇ ਆਹ ਕਰਤਾ। ਉਹ ਕਹਿੰਦੇ ਸਾਡੀ ਫੋਨ ਤੇ ਗੱਲ ਹੀ ਨਹੀਂ ਹੁੰਦੀ। ਇਹ ਕੀ ਗਵਰਨੈਂਸ ਮਾਡਲ ਦੇ ਰਹੇ ਨੇ? ਇਹ ਕੋਈ EMPLOYE ਰੱਖੇ ਨੇ? MLA EMPLOYE ਨੇ ਇਹਨਾਂ ਦੇ ਕਿ ਮੰਤਰੀ EMPLOYE ਹੋ ਗਏ ਨੇ ਕਿ ਤੁਸੀਂ ਫੋਨ ਤੇ ਨਹੀਂ ਗੱਲ ਕਰਨੀ? ਉਹ ਅੱਜ ਕੱਲ੍ਹ ਤਾਂ ਕਾਰਪੋਰੇਟ ਸੈਕਟਰ ਦੇ ਵਿੱਚ ਸਭ ਨੂੰ ਐਜ਼ ਏ ਟੀਮ ਚੱਲਦੇ ਨੇ। ਇਹ ਤਾਂ ਫਿਰ ਵੀ ਇੱਕ ਲੋਕਾਂ ਦੇ ਨੁਮਾਇੰਦਿਆਂ ਦੀ ਟੀਮ ਹੈ, ਉਹਦੇ ਤੁਹਾਨੂੰ ਹੈੱਡ ਬਣਾਇਆ ਤੇ ਤੁਸੀਂ ਉਹਨਾਂ ਦੀ ਗੱਲ ਨਹੀਂ ਸੁਣਦੇ। ਤੇ ਸਾਡੀ ਗੱਲ ਜੇ ਤੁਸੀਂ ਨਹੀਂ ਨਾ ਸੁਣਦੇ, ਅਸੀਂ ਸੁਣਾਵਾਂਗੇ ਤੇ ਬੜੀ ਜਲਦੀ ਸੁਣਾਵਾਂਗੇ। ਹੁਣ ਜਿਹੜੇ ਸਾਡੀ ਸਾਰੀ ਟੀਮ ਜਿਹੜੀ ਹੈ ਨਾ, ਬਹੁਤ ਜਜ਼ਬਾਤੀ ਹੋਈ ਪਈ ਹੈ। ਜਿਹੜੇ ਸਿੱਖਾਂ ਨਾਲ, ਜਿਹੜੇ ਗੁਰੂ ਦੇ ਪਿਆਰਿਆਂ ਨਾਲ ਗੱਲ ਕਰਦੇ, ਸਭ ਦੀ ਇਹੀ ਆਵਾਜ਼ ਆ ਰਹੀ ਹੈ ਕਿ ਹੁਣ ਇਸ ਆਮ ਆਦਮੀ ਪਾਰਟੀ ਨੂੰ ਵੀ, ਇਹਨਾਂ ਨੂੰ ਵੀ ਦੱਸਣਾ ਕਿ ਝਾੜੂ ਸਿਰਫ ਚੁੱਕਣ ਦੀ ਗੱਲ ਨਹੀਂ ਸੀ, ਝਾੜੂ ਫੇਰਨਾ ਵੀ ਸੀ, ਗੰਦਗੀ ਕੱਢਣੀ ਸੀ। ਇਹ ਬੇਅਦਬੀਆਂ ਦੀ ਗੰਦਗੀ ਵੱਲ ਤੁਹਾਡਾ ਕਿਉਂ ਨਹੀਂ ਧਿਆਨ ਗਿਆ? ਕਿਉਂ ਬਾਰ-ਬਾਰ ਬੇਅਦਬੀਆਂ ਹੋ ਰਹੀਆਂ? ਇਹਨਾਂ ਨੇ ਆਖਿਆ, ਕਈ ਵਾਰ ਸਟੇਜ ਤੇ ਆਖਿਆ, ਤੁਸੀਂ ਵੀ ਰਿਕਾਰਡ ਕੀਤਾ ਹੋਏਗਾ ਕਿ ਬੇਅਦਬੀਆਂ ਰੋਕਾਂਗੇ, ਸਾਡਾ ਸਰਕਾਰ ਆਏਗੀ, ਬੇਅਦਬੀ ਨਹੀਂ ਹੋਏਗੀ, ਤੇ ਹੋ ਨਹੀਂ ਰਹੀਆਂ। ਜਾਂਚ ਦੀ ਤੁਹਾਨੂੰ ਗੱਲ ਦੱਸਾਂ, ਮੇਰੇ ਕੋਲ ਵੀਡੀਓ ਮੌਜੂਦ ਹੈ। ਇੱਕ ਬੰਦਾ 4-5 ਦਿਨ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਨਗਰ ਹੈ ਆਪਣਾ ਬਟਾਲੇ ਦੇ ਵਿੱਚ 10:30 ਵਜੇ ਕੰਧ ਟੱਪਿਆ ਅੰਦਰ। ਉਹ ਕੁਦਰਤੀ ਗ੍ਰੰਥੀ ਸਾਹਿਬ ਦੇ ਬੱਚੇ ਉਹ ਜਾਗ ਪਏ ਜਦੋਂ ਖੜਕਾ ਹੋਇਆ। ਉਹਨਾਂ ਨੇ ਉਹਨੂੰ ਕੀਤਾ ਕੂਤਾ, ਥੋੜਾ ਬਹੁਤਾ ਉਹਨੂੰ ਪੁੱਛਿਆ ਕੀ ਗੱਲਬਾਤ। ਇਹਨੇ ਚ ਉਹਨੂੰ ਥੋੜੀ ਦੇਰ ਬਾਅਦ ਉਹ ਭੱਜ ਗਿਆ। ਮੈਂ SSP ਸਾਹਿਬ ਨੂੰ ਫੋਨ ਕੀਤਾ, SHO ਸਾਹਿਬ ਨੂੰ ਉਹਨਾਂ ਨੇ ਕੀਤਾ, ASI ਸਾਹਿਬ ਨੂੰ। ਮੈਂ ਪਹਿਲਾਂ ਤਾਂ ਮੈਂ ਬਾਹਰ ਸੀ ਕਿਉਂਕਿ ਤੁਹਾਨੂੰ ਪਤਾ ਟਹਿਲ ਸੇਵਾ ਲਹਿਰ ਦੇ ਸਮਾਗਮ ਸਾਡੇ ਚੱਲਦੇ ਪਏ, ਤਰਨਤਾਰਨ ਸਾਹਿਬ ਸਮਾਗਮ, ਉਧਰ ਅਨੰਦਪੁਰ ਸਾਹਿਬ ਸਮਾਗਮ ਆ ਜਾਂਦਾ, ਉਧਰ ਚੱਲ ਜੀਦਾ, ਵਿੱਚੋਂ ਚੰਡੀਗੜ੍ਹ ਜਾਣਾ ਪੈਂਦਾ ਇਸੇ ਸਿਲਸਿਲੇ। ਮੈਂ ਇੱਕ ਦਿਨ ਨਹੀਂ ਉਹਨਾਂ ਨੂੰ ਮਿਲ ਸਕਿਆ। ਉਹ ਐਵੇਂ ਇੱਦਾਂ ਉੱਦਾਂ ਤੋਂ ਗੱਲਾਂ ਕਰਦੇ ਰਹੇ। ਫਿਰ ਮੈਂ ਆਪ ਨਾਲ ਲੈ ਕੇ ASI ਸਾਹਿਬ ਅਸ਼ੋਕ ਕੁਮਾਰ ਜੀ ਨੂੰ ਨਾਲ ਲੈ ਕੇ ਗਿਆ, ਫਿੰਗਰਪ੍ਰਿੰਟ ਲਏ। ਚਲੋ ਸਾਡੇ ਕਹਿਣ ਕੂਣ ਤੇ ਉਹਨਾਂ ਨੇ ਫਿੰਗਰਪ੍ਰਿੰਟ ਲੈ ਲਏ। ਮੈਂ ਅਗਲੇ ਦਿਨ ਪੁੱਛਿਆ ਕਿ ਕੀ ਬਣਿਆ ਜੀ ਫਿੰਗਰਪ੍ਰਿੰਟਾਂ ਦਾ? ਕਹਿੰਦੇ ਜੀ ਅਜੇ ਕੁਝ ਨਹੀਂ ਬਣਨਾ, ਸਾਡੇ ਕੋਲ ਕੋਈ ਕਲਪਰੇਟਸ ਆਉਣਗੇ, ਕੋਈ ਹੋਰ ਕਿਸੇ ਵੀ ਤਰ੍ਹਾਂ ਦੇ ਕਲਪਰੇਟ ਆਉਣਗੇ, ਅਸੀਂ ਇਹ ਫਿੰਗਰਪ੍ਰਿੰਟ ਉਹਨਾਂ ਨਾਲ ਮੈਚ ਕਰਾਂਗੇ ਤੇ ਫਿਰ ਜੇ ਮੈਚ ਕਰਕੇ ਫਿਰ ਤੁਹਾਨੂੰ ਦੱਸਾਂਗੇ। ਦੇਖੋ ਇਹ ਕੋਈ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਕੋਈ ਜਾਂਚ ਹੈ? ਸਾਰੇ ਇੰਡੀਅਨਸ ਦੇ ਫਿੰਗਰਪ੍ਰਿੰਟ ਸਰਕਾਰ ਕੋਲ ਨੇ, ਆਪਾਂ ਜਾਣਦੇ ਹਾਂ। ਬਿਲਕੁਲ ਜੀ, ਬਿਲਕੁਲ। ਜਦੋਂ ਆਧਾਰ ਕਾਰਡ ਬਣਦਾ, ਏਦਾਂ ਉਂਗਲਾਂ ਰੱਖੋ ਜੀ, ਏਦਾਂ ਰੱਖੋ, ਆਹ ਰੱਖੋ, ਆਹ ਰੱਖੋ, ਹੈ ਸਾਡਾ ਸਾਰਾ ਕੁਝ ਤੁਹਾਡੇ ਕੋਲ ਆ। ਕਿਉਂ ਨਹੀਂ ਤੁਸੀਂ ਫੜਦੇ? ਪਰਦੇ ਪਾਉਂਦੇ ਆ ਕਿ ਜਾਂ ਨੀਤ ਖਰਾਬੀ ਆ ਗਈ ਕਿ ਤੁਸੀਂ ਵੀ ਚਾਹੁੰਦੇ ਹੋ ਕਿ ਅੱਗਾਂ ਭੜਕਣ? ਕਿ ਉਹ ਜਿੱਦਾਂ ਬਿਆਸਾ ਪਹਿਲਾਂ ਬੰਦ ਕੀਤਾ ਸੀਗਾ, ਪਤਾ ਹੀ ਆਪਾਂ ਨੂੰ 2015 ਚ ਰੋਸ ਜਿਹੜਾ ਸੀ, ਰੋਸ ਖਤਮ ਨਹੀਂ ਹੋਇਆ। ਜੇ ਤੁਸੀਂ ਸਮਝਦੇ ਪਏ ਹੋ ਰੋਸ, ਇਹ ਰੋਸ ਜਿਹੜਾ ਨਾ, ਮੈਂ ਸਮਝਦਾ ਮਾਨ ਸਾਹਿਬ, ਬਾਰ-ਬਾਰ ਮੈਂ ਤੁਹਾਨੂੰ ਰਿਕੁਐਸਟ ਹੀ ਕਰਦਾ ਕਿ ਇਹ ਗੱਲ ਨੂੰ, ਮਸਲੇ ਨੂੰ ਹੱਲ ਕਰ ਲਓ। ਠੰਡੇ ਬਸਤੇ 'ਚ ਪਾਇਆ ਨਹੀਂ ਜੇ ਸਰਦਾ। ਜਿਨ੍ਹਾਂ ਨੇ ਠੰਡੇ ਬਸਤੇ 'ਚ ਪਾਏ ਸੀ ਉਹ ਵੀ ਠੰਡੇ ਹੋਏ ਪਏ ਨੇ ਸਾਰੇ। ਤੇ ਅਸੀਂ ਨਹੀਂ ਚਾਹੁੰਦੇ ਕਿ ਇੱਕ ਚੰਗੀ ਸਰਕਾਰ ਆਈ ਹੈ। ਤੁਸੀਂ ਬਹੁਤ ਸਾਰੇ ਚੰਗੇ ਕੰਮ ਕੀਤੇ ਨੇ, ਹੈ ਕਲਪਰੇਟਸ ਜਿਹੜੇ ਨੇ ਦੂਜੇ, ਜਿਹੜੇ ਰਿਸ਼ਵਤਖੋਰ ਨੇ, ਉਹਨਾਂ ਨੂੰ ਤੁਸੀਂ ਅੰਦਰ ਸੁੱਟਦੇ ਪਏ ਹੋ। ਪੰਜਾਬ ਦੀਆਂ ਜ਼ਮੀਨਾਂ ਛਡਾ ਰਹੇ ਹੋ ਤੁਸੀਂ, ਲੋਕ ਭਲਾਈ ਦੇ ਕੰਮ ਕਰਦੇ ਪਏ ਹੋ। ਅਸੀਂ ਚਾਹੁੰਦੇ ਹਾਂ ਕਿ ਚੰਗੀ ਸਰਕਾਰ ਚੰਗੇ ਕੰਮ ਕਰੇ, ਪੰਜਾਬ ਦਾ ਭਲਾ ਹੋਏ। ਸਾਡੇ ਜਿਹੜੇ ਭੈਣ ਭਰਾ ਬਾਹਰ ਨੂੰ ਭੱਜੇ ਜਾ ਰਹੇ, ਇੱਥੇ ਰੁਕਣ ਤੇ ਇੱਥੇ ਚੜ੍ਹਦੀ ਕਲਾ ਹੋਏ। ਪਰ ਜੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਇੱਦਾਂ ਹੀ ਹੁੰਦੀਆਂ ਰਹੀਆਂ ਤੇ ਫਿਰ ਕਿਹੜੇ ਰੱਬ ਕੋਲ ਝੋਲੀ ਅੱਡਾਂਗੇ? ਕਿਹੜੇ ਕੋਲ ਖੁਸ਼ਹਾਲੀ ਮੰਗਾਂਗੇ? ਠੀਕ ਹੈ, ਕੋਈ ਰੱਬ ਨੂੰ ਮੰਨਦਾ, ਕੋਈ ਨਹੀਂ ਮੰਨਦਾ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬੱਚੇ ਹਾਂ। ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ। ਮਾਨ ਸਾਹਿਬ ਖੁਦ ਤੁਹਾਡੇ ਲਫ਼ਜ਼ ਨੇ। ਜਦੋਂ ਮੋਦੀ ਸਾਹਿਬ ਦੇ ਉਹਦੇ ਅਗੇਂਸਟ ਇਹਨਾਂ ਨੇ ਸੱਦੀ ਹੈ, ਸਪੈਸ਼ਲ ਸੈਸ਼ਨ ਸੱਦਿਆ, ਮਾਨ ਸਾਹਿਬ ਦੀ ਵਰਡਿੰਗ ਸੀ ਕਿ ਮੋਦੀ ਸਾਹਿਬ, ਇਹ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ ਹੈ। ਤੇ ਅੱਜ ਉਹ ਪੰਜਾਬ ਕਿੱਥੇ ਚਲਾ ਗਿਆ? ਅੱਜ ਤਾਂ ਪੂਰਾ ਹਾਊਸ ਸੈਸ਼ਨ ਚੱਲ ਗਿਆ। ਅੱਜ ਤੁਹਾਨੂੰ ਉਹ ਗੁਰੂ ਦੀ ਯਾਦ ਨਹੀਂ ਆਈ ਵੀ ਉਸ ਗੁਰੂ ਦੀ ਬੇਅਦਬੀ ਹੋ ਰਹੀ ਹੈ? ਇੰਨੇ ਸਾਲਾਂ ਤੋਂ ਹੋ ਰਹੀ, 400 ਤੋਂ ਵੱਧ ਵਾਰ ਹੋ ਗਈ। ਅੱਜ ਉਹ ਚੀਜ਼ਾਂ ਭੁੱਲ ਹੀ ਗਈਆਂ। ਸੋ ਯਾਦ ਕਰ ਲਓ ਮਾਨ ਸਾਹਿਬ, ਤੁਹਾਨੂੰ ਇਹ ਬੇਨਤੀ ਹੈ। ਤੇ ਇਹ ਹੁਣ ਮੈਂ ਸਮਝਦਾ ਆਖਰੀ ਬੇਨਤੀਆਂ ਨੇ। ਇਸ ਤੋਂ ਬਾਅਦ ਫਿਰ ਖਾਲਸੇ ਦਾ ਐਕਸ਼ਨ ਜਿਹੜਾ ਸ਼ੁਰੂ ਹੋਣਾ। ਇਹ ਗੁਰੂ ਦੇ ਪਿਆਰ ਵਾਲੇ, ਇਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਝਟਕਾ ਜਿਹੜਾ ਵੇਖੋ ਤੁਹਾਨੂੰ ਮਿਲ ਚੁੱਕਾ ਹੈ, ਜ਼ਿਆਦਾ ਨਾ ਮਿਲੇ। ਅਸੀਂ ਚਾਹੁੰਦੇ ਹਾਂ, ਅਸੀਂ ਅੱਜ ਵੀ ਤੁਹਾਡੇ ਪੱਖ 'ਚ ਹਾਂ, ਪਰ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਖ 'ਚ ਤੁਸੀਂ ਨਾ ਆਏ ਨਾ
ਤੇ ਸਾਡਾ ਧੜਾ ਗੁਰੂ ਦੇ ਨਾਲ ਹੈ ਤੇ ਉਹ ਰਹੇਗਾ। ਤੇ ਜਿਹੜੇ ਗੁਰੂ ਦੇ ਨਾਲ ਧੜਾ ਬਣਾਉਣ ਵਾਲੇ ਨੇ ਨਾ, ਚਾਹੇ ਕਿਸੇ ਵੀ ਪਾਰਟੀ ਦੇ ਹੋ, ਤੁਸੀਂ ਕਿਸੇ ਵੀ ਪਾਰਟੀ ਦੇ ਹੋ, ਕਿਸੇ ਵੀ ਵਿਚਾਰਧਾਰਾ, ਕਿਸੇ ਵੀ ਜਥੇਬੰਦੀ ਨਾਲ ਖੜੇ ਹੋ, ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਖੜੇ ਹੋਣ ਦਾ ਸਮਾਂ ਆ ਗਿਆ। ਉਹਨੇ ਮਜ਼ਾਕ ਬਣਾ ਰੱਖਿਆ, 7 ਸਾਲਾਂ ਤੋਂ ਮਜ਼ਾਕ ਬਣਾ ਰੱਖਿਆ ਭਾਈ ਸਾਹਿਬ ਨਾ, ਮਜ਼ਾਕ ਬਣਾ ਰੱਖਿਆ। ਬੇਅਦਬੀ ਹੋ ਗਈ, ਵੋਟਾਂ ਲੈ ਲਓ, ਉਹਦੇ ਤੇ ਐਲੀਗੇਸ਼ਨ ਲਾਤਾ, ਉਹਨੇ ਉਹਦੇ ਤੇ ਲਾਤਾ, ਕੁਰਸੀ ਤੇ ਬਹਿ ਗਿਆ। ਉਦੋਂ ਬਾਅਦ ਇਹਨਾਂ ਨੂੰ ਚੇਤਾ ਭੁੱਲ ਜਾਂਦਾ। ਪਰ ਸਾਨੂੰ ਚੇਤਾ ਨਹੀਂ ਜੇ ਭੁੱਲਦਾ ਤੇ ਨਾ ਅਸੀਂ ਤੁਹਾਨੂੰ ਭੁੱਲਣ ਦੇਣਾ। ਇਹ ਲੱਗਦਾ ਕਿ ਜਿਹੜਾ ਤੁਸੀਂ ਪ੍ਰਚਾਰ ਕੀਤਾ ਜਾ ਰਿਹਾ, ਜੇ ਹੱਲ ਨਾ ਹੁੰਦਾ ਤਿੱਖਾ ਸੰਘਰਸ਼ ਹੋਵੇਗਾ? ਹੋਏਗਾ ਜੀ, ਹੋਏਗਾ। ਤੇ ਸੰਘਰਸ਼ ਵੀ ਇਦਾਂ ਦਾ ਹੋਏਗਾ, ਫਿਰ ਇਹਨਾਂ ਨੂੰ ਪਤਾ ਵੀ ਲੱਗ ਜਾਏਗਾ। ਉਹ ਜੇ ਅਸੀਂ ਉੱਥੇ ਸਾਰੀ ਦੁਨੀਆ ਨੂੰ ਲੰਗਰ ਛਕਾ ਸਕਦੇ ਹਾਂ, ਸਾਰੀ ਦੁਨੀਆ ਦੇ ਸਿੱਖ ਉੱਥੇ ਜੇ ਬਦਾਮ ਵੰਡ ਸਕਦੇ ਆ, ਉੱਥੇ ਦੇ ਜਿੰਨੇ ਆਲੇ ਦੁਆਲੇ ਦੇ ਜਿੰਨੀਆਂ, ਤਾਂ ਤੁਸੀਂ ਤਾਂ ਸਾਰਾ ਦੇਖਿਆ ਮੀਡੀਆ ਵਾਲੇ ਹੋ, ਬਦਾਮ ਖਵਾਉਂਦੇ ਰਹੇ, ਉਹਨਾਂ ਨੂੰ ਸ਼ਰਦਾਈਆਂ ਪਿਆਉਂਦੇ ਰਹੇ, ਡੋਸੇ ਖਵਾਉਂਦੇ ਰਹੇ ਆ। ਉਹ ਆਪਣੇ ਗੁਰੂ ਲਈ ਅਸੀਂ ਕੀ ਨਹੀਂ ਕਰ ਸਕਦੇ? ਸਾਡਾ ਸਿਰ ਹਾਜ਼ਰ ਹੈ ਗੁਰੂ ਗ੍ਰੰਥ ਸਾਹਿਬ ਦੇ ਵਾਸਤੇ। ਤੇ ਮੇਰਾ ਇਕੱਲੇ ਦਾ ਨਹੀਂ, ਮੇਰੇ ਵਰਗੇ ਬੜੇ ਪਾਗਲ ਹੈਗੇ ਜੇ, ਮੇਰੇ ਵਰਗੇ ਬੜੇ ਪਾਗਲ ਨੇ। ਮੈਨੂੰ ਕਈ ਕਹਿੰਦੇ ਨੇ ਭਾਈ ਸਾਹਿਬ ਸਿਰ ਹਾਜ਼ਰ ਹੈ ਜਿੱਦਣ ਕਹੋਗੇ, ਪਰ ਅਸੀਂ ਉਸ ਚੱਕਰ 'ਚ ਨਹੀਂ ਪੈਣਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਅਮਨ ਅਮਾਨ ਦੇ ਨਾਲ ਗੱਲ ਹੋ ਜਾਏ। ਬਾਕੀ ਸੰਘਰਸ਼ ਦਾ ਰਾਹ ਖੁੱਲ੍ਹਾ ਹੈ ਤੇ ਬੜੀ ਛੇਤੀ ਸਾਨੂੰ ਉਸ ਰਾਸਤੇ ਤੁਰਨਾ ਪਏਗਾ ਜੇ ਤੁਸੀਂ ਸਾਨੂੰ ਨਾ ਸੱਦ ਕੇ ਤੇ ਗੱਲ ਸੁਣੀ। ਰਾਖਾ ਸਾਡਾ ਉਹੀ ਹੈ, ਅਸੀਂ ਗੁਰੂ ਸਾਹਿਬ ਦੀ ਸੇਵਾ ਕਰਨੀ ਤੇ ਅਸੀਂ ਆਨ ਸ਼ਾਨ ਦੇ ਵਾਸਤੇ ਕੁਝ ਵੀ ਕਰ ਸਕਦੇ ਹਾਂ। ਇਤਿਹਾਸ ਪੜ੍ਹ ਲਿਓ। ਉਹ ਗਵਰਨਰ ਸਾਹਿਬ ਬੋਲੇ ਸੀ ਨਾ ਮੋਦੀ ਸਾਹਿਬ ਨੂੰ, ਉਦੋਂ ਤਾਂ ਇਹਨਾਂ ਨੇ ਆਮ ਵਾਲਿਆਂ ਨੂੰ ਵੀ ਸ਼ੇਅਰ ਕੀਤੇ ਸੀ ਵੀ ਆਹ ਗਵਰਨਰ ਸਾਹਿਬ ਮਲਿਕ ਜੀ ਨੇ ਆਹ ਬਿਆਨ ਦਿੱਤਾ। ਉਹ ਇਤਿਹਾਸ ਤੁਹਾਨੂੰ ਵੀ ਪਤਾ ਹੋਣਾ ਹੈ, ਤੁਸੀਂ ਤਾਂ ਆਰਟਿਸਟ ਹੋ, ਤੁਸੀਂ ਬੜਾ ਕੁਝ ਲਿਖਦੇ, ਸਕ੍ਰਿਪਟ ਵੀ ਲਿਖਦੇ ਰਹੇ ਹੋ। ਮੈਂ ਉਦੋਂ ਵੀ ਮਿਲਿਆ ਸੀ ਮਾਨ ਸਾਹਿਬ ਨੂੰ ਜਦੋਂ ਇਹ ਅਜੇ ਆਰਟਿਸਟ ਸੀਗੇ। ਮੈਂ ਵੀ ਇੱਕ ਚੈਨਲ ਦਾ ਪ੍ਰੋਗਰਾਮਿੰਗ ਹੈਡ ਸੀ। ਅਸੀਂ ਇੱਕ ਤਾਜ ਹੋਟਲ 'ਚ ਮੀਟਿੰਗ ਵੀ ਕੀਤੀ ਸੀ। ਸੋ ਇਹ ਗੱਲਾਂ ਨਹੀਂ, ਅਸੀਂ ਵੀ ਆਰਟਿਸਟਾਂ ਤੇ ਇਹ ਵੀ ਆਰਟਿਸਟ ਨੇ। ਪਰ ਇਹਨਾਂ ਨੇ ਜੋ ਇਹ ਕਰ ਰਹੇ ਪਏ ਨਾ, ਜਿਹੜੇ ਗੱਲ ਰਸਤੇ ਤੁਰੇ ਹੋ, ਅਸੀਂ ਇਸ ਰਸਤੇ ਤੁਹਾਨੂੰ ਤੁਰ ਨਹੀਂ ਦੇਣਾ। ਅਸੀਂ ਤੁਹਾਨੂੰ ਟਿਕਾਣੇ ਤੇ ਲਿਆਵਾਂਗੇ, ਕਿਉਂਕਿ ਅਸੀਂ ਤੁਹਾਡੇ ਕੋਲ ਬਾਕੀ ਕੰਮ ਵੀ ਕਰਾਉਣੇ ਆ। ਪਹਿਲਿਆਂ ਦੀਆਂ ਜਿਹੜੀਆਂ ਠੱਗੀਆਂ ਉਹ ਵੀ ਅਸੀਂ ਖੁਲਵਾਉਣੀਆਂ ਨੇ। ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ ਜਿਹੜਾ, ਇਹਨੂੰ ਠੰਡੇ ਬਸਤੇ 'ਚ ਨਹੀਂ ਜੇ ਪੈਣ ਦੇਣਾ। ਬਾਕੀ ਮੈਂ ਇੱਕ ਬੇਨਤੀ, ਇੱਕ ਕਲੈਰਿਟੀ ਜਿਹੜੀ, ਕਿਉਂਕਿ ਮੇਰਾ ਫਰਜ਼ ਬਣਦਾ, ਮੈਂ ਗੁਰੂ ਦਾ ਸੇਵਾਦਾਰ ਹੋਣ ਦੇ ਨਾਤੇ ਮੇਰਾ ਵੀ ਇਹੀ ਬਾਣਾ ਹੁੰਦਾ ਸੀ। ਆ ਤਾਂ ਇਸੇ ਕਰਕੇ ਪਾਇਆ, ਤੁਸੀਂ ਮਿਲੇ ਹੋਗੇ ਮੈਨੂੰ ਕਈ ਵਾਰੀ ਇੱਥੇ। ਸੋ ਆ ਗੁਰੂ ਦਾ ਬਾਣਾ ਇਸ ਲਈ ਪਾਇਆ ਕਿ ਜਗ੍ਹਾ ਜਗ੍ਹਾ ਜਾ ਕੇ ਗੁਰੂ ਦੀ ਗੱਲ ਕਰਨੀ ਪੈਂਦੀ। ਜਿਹੜੀ ਆਖਰੀ ਗੱਲ ਮੈਂ ਕਹਿਣਾ ਚਾਹੁੰਦਾ, ਅਸੀਂ ਗੁਰੂ ਦੀ ਰਾਖੀ ਨਹੀਂ ਕਰਨ ਵਾਲੇ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਰਾਖਾ ਉਹੀ ਹੈ ਸਾਡਾ, ਪਰ ਅਸੀਂ ਭਾਈ ਉਦੇ ਸਿੰਘ ਦੇ ਤੇ ਭਾਈ ਬਚਿੱਤਰ ਸਿੰਘ ਦੇ ਵਾਰਿਸ ਹਾਂ। ਗੁਰੂ ਕਲਗੀਧਰ ਪਾਤਸ਼ਾਹ ਦੇ ਸਿੱਖ ਹਾਂ ਤੇ ਅਸੀਂ ਗੁਰੂ ਦੀ ਸੇਵਾ ਚੋਂ ਪਿੱਛੇ ਨਹੀਂ ਹਟਾਂਗੇ। ਭਾਈ ਉਦੇ ਸਿੰਘ ਨੇ ਜੋ ਕੇਸਰੀ ਚੰਦ ਨੂੰ ਜਵਾਬ ਦਿੱਤਾ ਸੀ ਨਾ, ਉਹ ਅਸੀਂ ਭੁੱਲੇ ਨਹੀਂ। ਪਰ ਅਸੀਂ ਉਸ ਰਾਹ ਨਹੀਂ ਪੈਣਾ ਚਾਹੁੰਦੇ। ਇਹ ਫਾਹੇ ਸਰਕਾਰਾਂ ਟੰਗਣ, ਫਾਹੇ ਅਸੀਂ ਕਿਉਂ ਟੰਗੀਏ ਕਿਸੇ ਨੂੰ? ਕਿਉਂ ਲੋੜ ਪਏ ਸਿੰਘਾਂ ਨੂੰ ਕਿ ਉਹ ਸਿੱਧੀ ਸਜ਼ਾ ਦੇਣ? ਇਹ ਕਿਉਂ ਨਹੀਂ ਟੰਗਦੇ? ਅਸੀਂ ਹੁਣ ਫਾਹੇ ਟੰਗਣ ਦੇ ਵਾਸਤੇ ਸੰਘਰਸ਼ ਸ਼ੁਰੂ ਕਰਨਾ। ਫਾਹੇ ਟੰਗਣਾ ਪੈਣਾ ਤੁਹਾਨੂੰ। ਇਹਨਾਂ ਦੋਖੀਆਂ ਨੂੰ ਤੁਸੀਂ ਫਾਹੇ ਟੰਗੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋਖੀ, ਖਾਲਸਾ ਪੰਥ ਦੇ ਦੋਖੀ, ਮਨੁੱਖਤਾ ਦੇ ਦੋਖੀ, ਮਨੁੱਖਤਾ ਦੇ ਦੁਸ਼ਮਣ, ਇਹਦੋਂ ਵੱਡਾ ਦੁਸ਼ਮਣ ਕੌਣ ਹੋ ਸਕਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ। ਇੱਥੇ ਕੌਣ ਕੌਣ ਬੈਠੇ ਨੇ? 15 ਭਗਤ ਬੈਠੇ ਨੇ। ਉਹ ਕਿਹਦੇ ਉਪਾਸ਼ਕ ਸਨ? ਕੋਈ ਬੀਠਲ ਦਾ ਉਪਾਸ਼ਕ ਹੈ, ਰਾਮ ਦਾ, ਕ੍ਰਿਸ਼ਨ ਦਾ। ਇੱਥੇ ਆਪਣਾ ਭਗਤ ਕਬੀਰ ਸਾਹਿਬ ਬੈਠੇ ਨੇ, ਇੱਥੇ ਭਗਤ ਰਵਿਦਾਸ ਜੀ ਬੈਠੇ ਨੇ, ਬਾਬਾ ਨਾਮਦੇਵ ਜੀ ਬੈਠੇ ਨੇ, ਕਿਹੜੇ ਬੈਠੇ ਨੇ। ਇੱਥੇ ਪ੍ਰਹਲਾਦ ਦੀ ਗੱਲ ਹੈ, ਰਾਜਨ ਕੌਣ ਤੁਮਾਰੇ ਆਵੇ, ਐਸਾ ਭਾਉ ਬਿਦਰ ਕੋ ਦੇਖਿਓ ਕੌਣ, ਉਹ ਗਰੀਬ ਮੋਏ ਭਾਵ ਹੈ। ਉਹ ਕੌਣ ਸਨ? ਬਿਦਰ ਦੇ ਘਰ ਕੌਣ ਗਏ ਸੀ? ਕ੍ਰਿਸ਼ਨ ਮਹਾਰਾਜ ਜੀ ਗਏ ਸੀ। ਉਹ ਜਿਹੜੇ ਅੰਗ ਭੰਗ ਕਰਨ ਵਾਲੇ, ਉਹ ਕਦੇ ਵੇਖ ਤਾਂ ਲਓ। ਉਹ ਜੇ ਕੋਈ, ਮੈਨੂੰ ਪਤਾ ਲੱਗਾ ਸੀ ਪਿੱਛੇ ਅਸੀਂ ਇੱਕ ਪਿੰਡ ਗਏ ਕਿ ਉੱਥੇ ਇੱਕ ਮੁਸਲਮਾਨ ਬੱਚਾ ਸੀ, ਉਹਨੇ ਕੋਈ ਇਦਾਂ ਦੀ ਹਰਕਤ ਕੀਤੀ। ਉਹ ਭਲਿਆ ਤੂੰ ਵੇਖ ਤਾਂ ਲੈ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇਸਾ ਬੰਦੇ, ਅੱਲਾ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ। ਉਹ ਕੋਈ ਦੂਜਾ ਹੈ ਹੀ ਨਹੀਂ। ਇੱਥੇ ਬਾਬਾ ਫਰੀਦ ਸਾਹਿਬ ਦੇ ਅੰਗ ਭੰਗ ਕਰਨ ਆਇਆ ਸੀ। ਉਹ ਕੋਈ ਸੋਚੋ, ਆਪਣੇ ਦਿਮਾਗ ਨੂੰ ਕੋਈ ਹਿਲਾ ਲਓ। ਉਹ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੌਣ ਕੌਣ ਬਿਰਾਜਮਾਨ ਨੇ। ਅਸੀਂ ਤਾਂ ਉਹਨਾਂ ਸਾਰਿਆਂ ਨੂੰ ਮੱਥਾ ਟੇਕਦੇ ਹਾਂ, ਉਹਨਾਂ ਸਭ ਨੂੰ ਮੱਥਾ ਟੇਕਦੇ ਹਾਂ। ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਅਸੀਂ ਉੱਥੇ ਸਭ ਨੂੰ ਮੱਥਾ ਟੇਕਦੇ ਜਿਨ੍ਹਾਂ ਦਾ ਨਾਂ ਆਇਆ ਉਹਦੇ 'ਚ, ਜਿਨ੍ਹਾਂ ਦਾ ਵੀ ਨਾਂ ਆਇਆ, ਕਿੰਨਿਆਂ ਦਾ ਨਾਮ ਆਇਆ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਹੁਣ ਤੁਸੀਂ ਕਿਹਨੂੰ ਮੰਨਣ ਵਾਲੇ ਹੋ? ਇਹ ਗੱਲ ਸੋਚ ਲਓ ਭਾਈ। ਇਹ ਗੱਲਾਂ ਛੱਡ ਦਿਓ। ਆਓ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਆ ਜਾਈਏ।
ਅੱਜ ਜੇ ਦੁਨੀਆ ਦਾ ਕੋਈ ਭਲਾ ਕਰ ਸਕਦਾ ਹੈ, ਸਾਰੀ ਦੁਨੀਆ ਨੂੰ ਆਪਣੀ ਗਲਵੱਕੜੀ ਚ ਲੈ ਸਕਦੇ ਨੇ, ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੇ ਅਸੀਂ ਸਦਾ ਹੀ ਉਹਨਾਂ ਦੇ ਸੇਵਾਦਾਰ ਹੈ। ਅਸੀਂ ਉਹਨਾਂ ਦੀ ਰਾਖੀ ਕਰਨ ਜੋਗੇ ਨਹੀਂ, ਰਾਖੀ ਉਹਨਾਂ ਨੇ ਕਰਨੀ, ਅਸੀਂ ਸੇਵਾ ਕਰਾਂਗੇ ਤੇ ਡਟ ਕੇ ਕਰਾਂਗੇ, ਤੇ ਅਦਾ ਹੀ ਸਦਾ ਹੀ ਕਰਦੇ ਰਵਾਂਗੇ, ਚਾਹੇ ਸਾਡਾ ਸੀਸ ਲੱਗ ਜੇ। ਤੇ ਕੋਈ ਗੱਲ ਨਹੀਂ, ਸੀਸ ਕਿਹੜਾ ਨਵੇਂ ਲੱਗਣੇ ਨੇ, ਸੀਸ ਖਾਲਸਿਆਂ ਦੇ ਲੱਗਦੇ ਰਹੇ ਨੇ। ਧੰਨਵਾਦ ਜੀ। ਬਿਲਕੁਲ ਜੀ, ਸਰਕਾਰਾਂ ਨੂੰ ਚੈਲੰਜ ਕੀਤਾ ਗਿਆ ਕਿ ਜਿਹੜੇ ਬੇਅਦਬੀਆਂ ਦੇ ਮੁੱਦੇ ਨੇ ਇਹਨਾਂ ਦੇ ਉੱਪਰ ਸਕੰਜਾ ਕੱਸਿਆ ਜਾਵੇ, ਨਹੀਂ ਤੇ ਖਾਲਸਾ ਆਪ ਹੀ ਜਿਹੜਾ ਕਿ ਬੇਅਦਬੀ ਦੇ ਜਿਹੜੇ ਮੁੱਦੇ ਹੋ ਰਹੇ ਨੇ ਉਹਨਾਂ ਨੂੰ ਆਪ ਹੀ ਸਜ਼ਾ ਦੇਵੇਗਾ। ਸਕਰੋਲ ਪੰਜਾਬ ਦੀ ਟੀਮ ਦੇ ਵੱਲੋਂ ਖਾਸ ਗੱਲਬਾਤ ਕੀਤੀ ਬੇਅਦਬੀਆਂ ਦੇ ਮੁੱਦੇ ਦੇ ਉੱਪਰ। ਕਾਫੀ ਜਿਹੜੀ ਚਰਚਾ ਖੁੱਲ੍ਹ ਕੇ ਹੋਈ ਆ ਕਿ ਸਰਕਾਰਾਂ ਦੇ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ, ਪਰ ਹੁਣ ਸਰਕਾਰ ਬਣ ਗਿਆ, ਹੁਣ ਮਾਨ ਸਾਹਿਬ ਅਤੇ ਕੇਜਰੀਵਾਲ ਦੇ ਵੱਲੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਕੈਮਰਾਮੈਨ ਪ੍ਰਮੋਦ ਦੇ ਨਾਲ ਮਨਜਿੰਦਰ ਸਿੰਘ, ਸਕਰੋਲ ਪੰਜਾਬ, ਅੰਮ੍ਰਿਤਸਰ। ਦੇਸ਼ ਦੁਨੀਆ ਦੀਆਂ ਖਬਰਾਂ ਸਭ ਤੋਂ ਪਹਿਲਾਂ ਜਾਣਨ ਦੇ ਲਈ ਲਾਈਕ, ਸਬਸਕ੍ਰਾਈਬ ਤੇ ਫੋਲੋ ਕਰੋ ਸਕਰੋਲ ਪੰਜਾਬ।